ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਮਾਈਕਰੋਸਾਫਟ ਦੇ ਵੱਲੋਂ ਬਣਾਇਆ ਗਿਆ ਬਹੁਤ ਹੀ ਇੰਪੋਰਟੈਂਟ ਸੌਫਟਵੇਅਰ ਜਾਂ ਜਿਹਨੂੰ ਅਸੀਂ ਐਪਲੀਕੇਸ਼ਨ ਸੌਫਟਵੇਅਰ ਕਹਿ ਸਕਦੇ ਹਾਂ, ਮਾਈਕਰੋਸਾਫਟ ਆਫਿਸ ਦੇ ਉੱਤੇ ਕੰਮ ਕਰਨ ਜਾ ਰਹੇ ਹਾਂ। ਮਾਈਕਰੋਸਾਫਟ ਆਫਿਸ ਨੂੰ ਕਈ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਜਿਹਦਾ ਕਿ ਸਭ ਤੋਂ ਪਹਿਲਾ ਭਾਗ ਹੈ ਮਾਈਕਰੋਸਾਫਟ ਵਰਡ। ਸੋ ਆਪਾਂ ਪਹਿਲਾਂ ਤਾਂ ਇਹਦਾ ਡਿਫਰੈਂਸ ਸਮਝ ਲਈਏ ਕਿ ਮਾਈਕਰੋਸਾਫਟ ਆਫਿਸ ਦੇ ਵਿੱਚ ਉਹਨਾਂ ਨੇ ਕੀ ਕੰਮ ਕੀਤੇ ਹੈ। ਸੋ ਬੇਸਿਕਲੀ ਸਾਡੇ ਕੋਲ ਜਿਹੜਾ ਆਫਿਸ ਦੇ ਵਿੱਚ, ਜੇ ਅਸੀਂ ਕਿਸੇ ਵੀ ਤਰ੍ਹਾਂ ਦੇ ਆਫਿਸ ਦੇ ਵਿੱਚ ਦੇਖੀਏ ਕਿ ਸਾਨੂੰ ਕਿਹੜੇ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਉਸ ਹਿਸਾਬ ਦੇ ਨਾਲ ਮਾਈਕਰੋਸਾਫਟ ਨੇ ਇਹ ਚੀਜ਼ਾਂ ਨੂੰ ਕ੍ਰੀਏਟ ਕੀਤਾ ਹੈ। ਜਿਵੇਂ ਕਿ ਫਰਸਟ ਆਫ ਆਲ, ਜਦੋਂ ਅਸੀਂ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ ਤਾਂ ਉੱਥੇ ਜ਼ਰੂਰਤ ਹੁੰਦੀ ਹੈ ਸਾਨੂੰ ਕੋਈ ਨਾ ਕੋਈ ਲੈਟਰਸ ਲਿਖਣ ਦੀ, ਕੋਈ ਐਪਲੀਕੇਸ਼ਨਸ ਲਿਖਣ ਦੀ, ਠੀਕ ਹੈ, ਜਿਹੜਾ ਕਿ ਕੰਮ ਵਰਡ ਪ੍ਰੋਸੈਸਿੰਗ ਦਾ ਹੈ, ਜਿਹਦੇ ਵਿੱਚ ਅਸੀਂ ਵਰਡਸ ਦੇ ਉੱਤੇ ਕੰਮ ਕਰਦੇ ਹਾਂ। ਸੋ ਸਾਡੇ ਕੋਲ ਐਪਲੀਕੇਸ਼ਨ ਬਣ ਗਈ ਮਾਈਕਰੋਸਾਫਟ ਵਰਡ। ਜਿੱਥੇ ਗੱਲ ਆਈ ਡਾਟਾ ਦੀ ਜਾਂ ਕਿਸੇ ਤਰ੍ਹਾਂ ਦੀ ਕੈਲਕੂਲੇਸ਼ਨ ਦੀ ਜਾਂ ਨੰਬਰਸ ਦੀ, ਉਹ ਸਾਰਾ ਕੰਮ ਜਿਹੜਾ ਹੈ ਉਹ ਮਾਈਕਰੋਸਾਫਟ ਐਕਸਲ ਦੇ ਵਿੱਚ ਕੀਤਾ ਗਿਆ। ਜਦੋਂ ਗੱਲ ਆਉਂਦੀ ਹੈ ਪ੍ਰੈਜੈਂਟੇਸ਼ਨਸ ਦੀ, ਸਲਾਈਡਸ ਬਣਾਉਣ ਦੀ, ਜਿਵੇਂ ਕਿ ਤੁਸੀਂ ਸਾਡੀਆਂ ਵੀ ਸਲਾਈਡਸ ਦੇਖਦੇ ਹੋ, ਅਸੀਂ ਵੀ ਉਹ ਸਾਰਾ ਕੰਮ ਜਿਹੜਾ ਹੈ ਮਾਈਕਰੋਸਾਫਟ ਪਾਵਰ ਪੁਆਇੰਟ ਦੇ ਉੱਤੇ ਕਰਦੇ ਹਾਂ। ਸੋ ਇਹ ਤਿੰਨ ਚੀਜ਼ਾਂ, ਵਰਡ, ਐਕਸਲ ਐਂਡ ਪਾਵਰ ਪੁਆਇੰਟ, ਇਹ ਸਾਨੂੰ ਇਸ ਪੇਪਰ ਨੂੰ ਕਲੀਅਰ ਕਰਨ ਦੇ ਵਾਸਤੇ ਵੀ ਸਾਨੂੰ ਇਸ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ, ਠੀਕ ਹੈ ਜੀ, ਕਿਉਂਕਿ ਇਹਦੇ ਵੀ ਕੁਝ ਕੁਐਸਚਨਸ ਜਿਹੜੇ ਹੈ ਉਹ ਆਲਰੇਡੀ ਪਾਸਟ ਦੇ ਜਿਹੜੇ ਪੇਪਰਸ ਹੋਏ ਹੈ ਉਹਨਾਂ ਦੇ ਵਿੱਚ ਆਏ ਹੈ। ਸੋ ਇਸ ਕਰਕੇ ਅਸੀਂ ਇਸ ਦੇ ਉੱਤੇ ਵੀ ਪੂਰੀ ਨਜ਼ਰ ਮਾਰਾਂਗੇ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਮਾਈਕਰੋਸਾਫਟ ਵਰਡ ਦੇ ਉੱਤੇ ਕੰਮ ਕਰਾਂਗੇ। ਸੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਸਾਰੀ ਜਿਹੜੀ ਸਕਰੀਨ ਹੈ ਅਸੀਂ ਇਸ ਤੇ ਲਾਈਵ ਕੰਮ ਕਰਾਂਗੇ, ਠੀਕ ਹੈ ਜੀ। ਮੈਂ ਕੋਈ ਪ੍ਰੈਜੈਂਟੇਸ਼ਨ ਬਣਾ ਕੇ ਤੁਹਾਨੂੰ ਇਸ ਤੇ ਨਹੀਂ ਦਿਖਾ ਰਿਹਾ, ਮੈਂ ਤੁਹਾਨੂੰ ਲਾਈਵ ਹੀ ਇਸ ਤੇ ਕੰਮ ਕਰਕੇ ਦਿਖਾਊਂਗਾ, ਠੀਕ ਹੈ ਜੀ। ਦਿਸ ਇਜ਼ ਦ ਸਕਰੀਨ ਆਫ ਮਾਈਕਰੋਸਾਫਟ ਵਰਡ। ਤੁਸੀਂ ਪੂਰੀ ਸਕਰੀਨ ਨੂੰ ਧਿਆਨ ਨਾਲ ਦੇਖੋ। ਜਿਸ ਟਾਈਮ ਦੇ ਉੱਤੇ ਤੁਸੀਂ ਮਾਈਕਰੋਸਾਫਟ ਵਰਡ ਓਪਨ ਕਰਦੇ ਹੋ, ਤੁਹਾਡੇ ਸਾਹਮਣੇ ਇਹ ਸਕਰੀਨ ਪੂਰੀ ਖੁੱਲ ਜਾਂਦੀ ਹੈ। ਮੈਂ ਇਹਨੂੰ ਥੋੜਾ ਜਿਹਾ ਜ਼ੂਮ ਕਰ ਦਿੱਤਾ ਹੈ ਆਲਰੇਡੀ। ਵਿਊ ਦੇ ਵਿੱਚ ਜਾ ਕੇ ਦੇਖੀਏ, ਮੈਂ ਜ਼ੂਮ ਲੈਵਲ ਜਿਹੜਾ ਹੈ ਉਹ 145% ਤੇ ਲੈ ਕੇ ਗਿਆ ਤਾਂ ਕਿ ਤੁਹਾਨੂੰ ਵਧੀਆ ਆਰਾਮ ਨਾਲ ਦਿਖ ਸਕੇ। ਸਭ ਤੋਂ ਪਹਿਲਾਂ ਜੀ ਹੁਣ ਆਉਂਦੇ ਹਾਂ ਅਸੀਂ ਕਿ ਇਸ ਦੇ ਵਿੱਚ ਅਸੀਂ ਕੰਮ ਕੀ ਕਰ ਸਕਦੇ ਹਾਂ। ਐਜ਼ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਥੇ ਮਾਈਕਰੋਸਾਫਟ ਵਰਡ ਲਿਖਿਆ ਹੈ, ਠੀਕ ਹੈ ਜੀ। ਸੋ ਬੇਸਿਕਲੀ ਅਸੀਂ ਵਰਡਸ ਦੇ ਉੱਤੇ ਹੀ ਕੰਮ ਕਰਨਾ ਹੈ। ਅਸੀਂ ਕੋਈ ਲੈਟਰਸ ਬਣਾਉਣੀਆਂ ਹੈ, ਅਸੀਂ ਕੋਈ ਐਪਲੀਕੇਸ਼ਨਸ ਬਣਾਉਣੀਆਂ ਹੈ, ਅਸੀਂ ਕੋਈ CVs ਤਿਆਰ ਕਰਨੇ ਹੈ, ਰਿਜ਼ਿਊਮੇ ਤਿਆਰ ਕਰਨੇ ਹੈ, ਅਸੀਂ ਹਰ ਤਰ੍ਹਾਂ ਦਾ ਵਰਡ ਪ੍ਰੋਸੈਸਿੰਗ ਦਾ ਕੰਮ ਜਿਹੜਾ ਹੈ ਉਹ ਮਾਈਕਰੋਸਾਫਟ ਵਰਡ ਦੇ ਵਿੱਚ ਅਸੀਂ ਕਰਦੇ ਹਾਂ, ਠੀਕ ਹੈ। ਸੋ ਬੇਸਿਕਲੀ ਵੀ ਆਰ ਵਰਕਿੰਗ ਔਨ ਟੈਕਸਟ, ਤਾਂ ਅਸੀਂ ਟੈਕਸਟ ਦੇ ਫੀਚਰਸ ਸਾਰੇ ਦੇਖਾਂਗੇ ਵੀ ਸਾਨੂੰ ਇਹ ਕੀ ਫੀਚਰਸ ਪ੍ਰੋਵਾਈਡ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਲੇਆਊਟ ਤੇ ਜਾਂਦੇ ਹਾਂ। ਸਾਡੇ ਕੋਲ ਜਿਹੜਾ ਲੇਆਊਟ ਹੈ ਉਹ ਕੀ ਹੈ। ਲੇਆਊਟ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਸਾਡੇ ਕੋਲ ਉੱਪਰ ਇੱਕ ਰੂਲਰ ਦਿੱਤਾ ਹੋਇਆ ਹੈ, ਜਿਹਦੇ ਵਿੱਚ ਉਹਨਾਂ ਨੇ 1 to 16 ਜਾਂ 17 ਤੁਹਾਡੇ ਕੋਲ ਨੰਬਰਿੰਗ ਦੇ ਰੱਖੀ ਹੈ ਕਿ ਇਹ ਸਾਈਜ਼ ਹੈ ਪੇਪਰ ਦਾ, ਜਿਹੜੇ ਪੇਪਰ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ। ਬੇਸਿਕਲੀ ਜਿਸ ਟਾਈਮ ਤੇ ਅਸੀਂ ਵਰਡ ਦੇ ਵਿੱਚ ਕੰਮ ਕਰਦੇ ਹਾਂ, ਸਾਡਾ ਮੇਨ ਮਕਸਦ ਇਹ ਵੀ ਹੋ ਸਕਦਾ ਕਿ ਅਸੀਂ ਉਹਦੀ ਪ੍ਰਿੰਟਿੰਗ ਕਰਨੀ ਹੋਵੇ। ਸੋ ਸਾਨੂੰ ਪੇਜ ਦਾ ਸਾਈਜ਼ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕਿਹੜੇ ਪੇਜ ਦੇ ਸਾਈਜ਼ ਦੇ ਉੱਤੇ ਕੰਮ ਕਰ ਰਹੇ ਹਾਂ। ਸੋ ਰੂਲਰ ਸਾਡੇ ਕੋਲ ਉੱਪਰ ਵੀ ਹੈ, ਰੂਲਰ ਸਾਡੇ ਕੋਲ ਸਾਈਡ ਤੇ ਵੀ ਹੈ। ਐਜ਼ ਯੂ ਕੈਨ ਸੀ, ਮੈਂ ਇਹਨੂੰ ਨੀਚੇ ਸਕਰੋਲ ਕਰ ਰਿਹਾ ਤਾਂ ਰੂਲਰ ਥਰੂ ਆਊਟ ਚੱਲ ਰਿਹਾ, ਠੀਕ ਹੈ ਜੀ। ਜਿਸ ਟਾਈਮ ਦੇ ਉੱਤੇ ਅਸੀਂ ਕੰਮ ਕਰਨਾ ਹੈ ਤਾਂ ਵੀ ਸ਼ੁੱਡ ਨੋ ਕਿ ਐਗਜ਼ੈਕਟਲੀ ਸਾਡਾ ਜਿਹੜਾ ਰੂਲਰ ਹੈ ਉਹ ਕੀ ਸਾਈਜ਼ ਲੈ ਕੇ ਚੱਲ ਰਿਹਾ ਹੈ। ਸੋ ਆਪਾਂ ਸਭ ਤੋਂ ਪਹਿਲਾਂ ਪੇਜ ਲੇਆਊਟ ਦੇਖ ਲੈਂਦੇ ਹਾਂ। ਪੇਜ ਲੇਆਊਟ ਦੇ ਉੱਤੇ ਤੁਹਾਡੇ ਕੋਲ ਇਹ ਉੱਪਰ ਵਾਲਾ ਜਿਹੜਾ ਸੈਕਸ਼ਨ ਹੈ, ਦਿਸ ਇਜ਼ ਕਾਲਡ ਰਿਬਨਸ, ਠੀਕ ਹੈ। ਪਹਿਲੋਂ ਇਹ ਰਿਬਨ ਨਹੀਂ ਸੀ ਆਉਂਦਾ ਹੁੰਦਾ। ਜਿਹੜੇ ਪੁਰਾਣੇ ਹੋਰ ਮਾਈਕਰੋਸਾਫਟ ਦੇ ਸੌਫਟਵੇਅਰ ਸੀਗੇ, ਜਦੋਂ ਆਪਾਂ ਆਫਿਸ ਦੇ ਵਿੱਚ ਕੰਮ ਕਰਦੇ ਸੀ, ਇਹ ਰਿਬਨ ਪਹਿਲੋਂ ਪ੍ਰੈਜ਼ੈਂਟ ਨਹੀਂ ਸੀ ਹੁੰਦਾ। ਰਿਬਨ ਇਜ਼ ਵਰਕਿੰਗ ਲਾਈਕ ਅ ਸ਼ਾਰਟਕਟ। ਬੇਸਿਕਲੀ ਕੀ ਹੈ ਕਿ ਸਾਰਿਆਂ ਨੂੰ ਈਜ਼ੀ ਤਰੀਕਾ ਚਾਹੀਦਾ, ਈਜ਼ੀ ਕੰਮ ਕਰਨ ਦਾ ਮੋਡ ਚਾਹੀਦਾ। ਸੋ ਇਸ ਕਰਕੇ ਉਹਦੇ ਸ਼ਾਰਟਕਟਸ ਵੀ ਨੇ, ਜਿਹੜੇ ਕਿ ਕੀਬੋਰਡ ਦੇ ਸ਼ਾਰਟਕਟਸ ਹੈ, ਮੈਂ ਤੁਹਾਨੂੰ ਨੋਟਸ ਦੇ ਵਿੱਚ ਪ੍ਰੋਵਾਈਡ ਕਰਾਂਗਾ, ਠੀਕ ਹੈ। ਜਿਹੜੇ ਤੁਹਾਨੂੰ ਹੋ ਸਕਦਾ ਕਿ ਤੁਹਾਨੂੰ ਯਾਦ ਵੀ ਹੋਣਗੇ। ਨੌਨ ਟੈਕਨੀਕਲ ਬੱਚੇ ਵੀ ਜਿਹੜੇ ਹੋਣਗੇ ਉਹਨਾਂ ਨੇ ਵਰਡ, ਐਕਸਲ, ਪਾਵਰ ਪੁਆਇੰਟ ਤੇ ਜ਼ਰੂਰ ਕੰਮ ਕੀਤਾ ਹੋਏਗਾ। ਜੇ ਨਹੀਂ ਕਿਸੇ ਨੇ ਕੀਤਾ ਤਾਂ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਇਟ ਇਜ਼ ਵੈਰੀ ਈਜ਼ੀ ਟੂ ਯੂਜ਼, ਇਹਦੇ 'ਚ ਕੋਈ ਡਿਫਿਕਲਟੀ ਨਹੀਂ ਹੈ। ਸੋ ਉੱਤੇ ਸਾਡੇ ਕੋਲ ਰਿਬਨ ਹੈ।
पेज लेआउट ਦੀ ਸਾਡੀ ਆਪਸ਼ਨ ਦੇ ਅੰਦਰ ਤੁਸੀਂ ਜਾ ਕੇ ਇੱਥੇ ਇੱਕ ਸਾਈਜ਼ ਦੀ ਆਪਸ਼ਨ ਹੈ। ਤੁਸੀਂ ਇੱਥੇ ਦੇਖ ਸਕਦੇ ਹੋ ਲੈਟਰ, ਟੈਬਲੋਇਡ, ਲੀਗਲ, ਸਟੇਟਮੈਂਟ, ਐਗਜ਼ੀਕਿਊਟਿਵ, A3, A4, A5 ਇਹ ਸਾਰੇ ਪੇਪਰ ਦੇ ਸਾਈਜ਼ ਨੇ। ਤੁਸੀਂ ਜਿਹੜੇ ਪੇਪਰ ਨੂੰ ਪ੍ਰਿੰਟ ਕੱਢਣਾ ਚਾਹੁੰਦੇ ਹੋ, ਜਿਹੜੇ ਪੇਪਰ ਦੇ ਉੱਤੇ ਤੁਸੀਂ ਆਪਣੇ ਡਾਕੂਮੈਂਟ ਦਾ ਪ੍ਰਿੰਟ ਆਊਟ ਕੱਢਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਤੁਸੀਂ ਉਸ ਸਾਈਜ਼ ਨੂੰ ਚੂਜ਼ ਕਰ ਲਓ। ਰੀਜ਼ਨ ਬੀਇੰਗ ਕਿ ਜਦੋਂ ਤੁਸੀਂ ਨਾਰਮਲ ਆਪਣਾ ਇੱਕ ਡਾਕੂਮੈਂਟ ਕ੍ਰੀਏਟ ਕਰ ਲੈਂਦੇ ਹੋ, ਤੁਸੀਂ ਜਦੋਂ ਉਹਦਾ ਪ੍ਰਿੰਟ ਆਊਟ ਕੱਢਣ ਜਾਂਦੇ ਹੋ ਸਕਦਾ ਕਿ ਤੁਸੀਂ ਜਿਹੜਾ ਸਾਈਜ਼ ਹੈ ਉਹ ਇੱਥੇ ਛੋਟਾ ਸਿਲੈਕਟ ਕੀਤਾ ਹੋਏ ਤਾਂ ਤੁਹਾਡਾ ਟੈਕਸਟ ਕੱਟ ਜਾਏਗਾ, ਉਹਦੇ 'ਚ ਮਾਰਜਨਸ ਨਹੀਂ ਰਹਿਣਗੇ। ਸੋ ਜਦੋਂ ਮੈਂ ਇੱਥੇ ਸਿਲੈਕਟ ਕਰ ਦਿੰਦਾ A4 ਸਾਈਜ਼ ਤਾਂ ਮੈਨੂੰ ਉਹਨਾਂ ਨੇ A4 ਦਾ ਐਗਜ਼ੈਕਟ ਸਾਈਜ਼ ਕੱਢ ਕੇ ਦੇ ਦਿੱਤਾ। ਜਿਹੜੇ ਤੁਸੀਂ ਮਾਰਕੀਟ ਤੋਂ ਪੇਪਰਸ ਲੈ ਕੇ ਆਉਂਦੇ ਹੋ, ਜਿਹਨੂੰ ਅਸੀਂ ਕਹਿੰਦੇ ਹਾਂ ਰਿਮ ਲੈ ਕੇ ਆਉਂਦੇ ਹਾਂ, ਉਹ ਰਿਮ ਦੇ ਵਿੱਚ ਮੋਸਟਲੀ A4 ਸਾਈਜ਼ ਦਾ ਪੇਪਰ ਯੂਜ਼ ਕੀਤਾ ਜਾਂਦਾ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਲੀਗਲ ਸਾਈਜ਼ ਯੂਜ਼ ਕੀਤਾ ਜਾਂਦਾ, ਉਹ ਲੰਬਾ ਹੁੰਦਾ ਪੇਪਰ। ਠੀਕ ਹੈ ਜੀ। ਸੋ ਅਸੀਂ ਜੇ ਸਾਈਜ਼ ਦੇ ਵਿੱਚ ਜਾ ਕੇ ਦੇਖੀਏ, A4 ਦਾ ਸਾਈਜ਼ 21 ਸੈਂਟੀਮੀਟਰ ਬਾਈ 29.7 ਸੈਂਟੀਮੀਟਰ ਹੈ, ਵੇਅਰਐਜ਼ ਲੀਗਲ ਦਾ ਜਿਹੜਾ ਸਾਈਜ਼ ਹੈ 21.59 ਸੈਂਟੀਮੀਟਰ ਤੋਂ ਲੈ ਕੇ 35.56 ਸੈਂਟੀਮੀਟਰ ਹੈ। ਸੋ ਉਹਦੀ ਲੈਂਥ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਸੋ ਜਦੋਂ ਅਸੀਂ ਇੱਥੇ ਕੰਮ ਕਰਾਂਗੇ, ਸਭ ਤੋਂ ਪਹਿਲਾਂ ਤਾਂ ਇਸੇ ਚੀਜ਼ ਦੇ ਉੱਤੇ ਧਿਆਨ ਦਿੱਤਾ ਗਿਆ ਹੈ ਕਿ ਆਪਾਂ ਸਾਈਜ਼ ਕਿਹੜਾ ਚੂਜ਼ ਕਰ ਰਹੇ ਹਾਂ। ਸੋ ਆਫਟਰ ਚੂਜ਼ਿੰਗ ਯੋਰ ਸਾਈਜ਼, ਹੁਣ ਇੱਥੇ ਅਸੀਂ ਰੈਡੀ ਹਾਂ ਕੁਛ ਵੀ ਲਿਖਣ ਵਾਸਤੇ। ਅਸੀਂ ਕੁਛ ਵੀ ਟੈਕਸਟ ਟਾਈਪ ਕਰ ਸਕਦੇ ਹਾਂ। ਮੈਂ ਮਾਈਕਰੋਸਾਫਟ ਵਰਡ ਇਕੱਲਾ ਲਿਖ ਕੇ ਤਾਂ ਮਜ਼ਾ ਨਹੀਂ ਆਉਣਾ ਤੁਹਾਨੂੰ। ਇੱਥੇ ਇੱਕ ਛੋਟਾ ਜਿਹਾ, ਹੁਣ ਆਪਾਂ ਕਿਉਂਕਿ ਪ੍ਰੋਗਰਾਮਿੰਗ ਵੀ ਥੋੜੀ ਬਹੁਤ ਸਿੱਖੀ ਹੈ ਤਾਂ ਛੋਟਾ ਜਿਹਾ ਇੱਕ ਪ੍ਰੋਗਰਾਮ ਵੀ ਮੈਂ ਤੁਹਾਨੂੰ ਦਿਖਾਉਂਦਾ। ਇੱਥੇ ਤੁਸੀਂ ਲਿਖੋਗੇ, ਇੱਕ ਰੈਂਡਮ ਫੰਕਸ਼ਨ ਹੁੰਦਾ ਹੈ ਸਾਡਾ, ਠੀਕ ਹੈ ਜੀ। ਉਹਦਾ ਸ਼ਾਰਟ ਫਾਰਮ RAND। ਸਭ ਤੋਂ ਪਹਿਲਾਂ ਇਕੁਅਲ ਟੂ ਸਾਈਨ ਪਾਓਗੇ, RAND। ਇਹਦੇ 'ਚ ਜੇ ਤੁਸੀਂ 2,2 ਪਾ ਦਿਓ ਔਰ ਬ੍ਰੈਕਟ ਕਰ ਦਿਓ ਬੰਦ, ਐਂਟਰ ਕਰੋਗੇ, ਤੁਹਾਨੂੰ 2 ਪੈਰਾਗ੍ਰਾਫ ਦਿਖ ਜਾਣਗੇ। ਹੁਣ ਬਾਈ ਚਾਂਸ ਕੀ ਹੋ ਗਿਆ ਕਿ ਇਹਦਾ ਸਾਈਜ਼ ਬਹੁਤ ਵੱਡਾ ਆ ਰਿਹਾ ਹੈ, ਸਾਨੂੰ ਦਿਖ ਨਹੀਂ ਰਿਹਾ। ਇਹ ਦੇਖੋ, ਇਹ ਮੈਂ ਸਾਰਾ ਸਿਲੈਕਸ਼ਨ ਕਰ ਲਿੱਤੀ। ਹੁਣ ਮੇਰੇ ਕੋਲ ਇਮੀਡੀਏਟ ਪ੍ਰੋਬਲਮ ਇਹੀ ਖੜੀ ਹੋ ਗਈ ਕਿ ਇਹਦਾ ਸਾਈਜ਼ ਬਹੁਤ ਵੱਡਾ ਹੈ। ਠੀਕ ਹੈ। ਹੁਣ ਸਾਈਜ਼ ਛੋਟਾ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਥੇ ਜਾਊਂਗਾ ਹੋਮ ਟੈਬ ਦੇ ਉੱਤੇ। ਹੋਮ ਟੈਬ ਦੇ ਉੱਤੇ ਤੁਹਾਡੇ ਕੋਲ ਇੱਕ ਸੈਕਸ਼ਨ ਆ ਰਿਹਾ ਫੌਂਟ। ਯਾਦ ਰੱਖੋ, ਜਿਹੜੀ ਲਿਖਾਈ ਇੱਥੇ ਲਿਖੀ ਹੋਈ ਹੈ, ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਫੌਂਟ। ਇਹ ਫੌਂਟ ਦਾ ਸਟਾਈਲ ਹੈ। ਜਿਹੜਾ ਵਰਡ ਤੁਸੀਂ ਲਿਖਦੇ ਹੋ ਉਹਦੇ ਕਈ ਸਟਾਈਲ ਹੋ ਸਕਦੇ, ਉਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਲਿਖਿਆ ਜਾ ਸਕਦਾ ਹੈ। ਉਹਦਾ ਸਾਈਜ਼ ਵੱਡਾ ਛੋਟਾ ਕੀਤਾ ਜਾ ਸਕਦਾ ਹੈ, ਉਹਦਾ ਕਲਰ ਚੇਂਜ ਕੀਤਾ ਜਾ ਸਕਦਾ ਹੈ। ਉਹ ਸਾਰੇ ਜਿਹੜੇ ਐਕਸ਼ਨਸ ਹੈ ਉਹ ਇਸ ਫੌਂਟ ਦੀ ਟੈਬ ਦੇ ਵਿੱਚ ਸਾਨੂੰ ਮਿਲ ਜਾਣਗੇ। ਹੋਮ ਦੇ ਵਿੱਚ ਜਾਵਾਂਗੇ, ਹੋਮ ਦੇ ਵਿੱਚ ਸਾਨੂੰ ਇਹ ਫੌਂਟ ਨਜ਼ਰ ਆਏਗਾ। ਹੁਣ ਇੱਥੇ ਕੀ ਹੋ ਗਿਆ ਕਿ ਇਹਦਾ ਸਾਈਜ਼ ਬਹੁਤ ਵੱਡਾ ਹੈ। ਤੁਸੀਂ ਦੇਖ ਪਾ ਰਹੇ ਹੋ ਕਿ ਇਹ ਏਰੀਅਲ ਅਸੀਂ ਫੌਂਟ ਯੂਜ਼ ਕੀਤਾ ਹੋਇਆ ਹੈ। ਸਾਈਜ਼ ਆ ਰਿਹਾ 31। ਮੇਰੇ ਕੋਲ 2 ਤਰੀਕੇ ਹੈ, ਜਾਂ ਤਾਂ ਮੈਂ ਇਸ 31 ਤੇ ਕਲਿੱਕ ਕਰਾਂ ਔਰ ਮੇਰੇ ਕੋਲ ਇੱਥੇ ਹੀ ਸਿੱਧਾ 12 ਆ ਗਿਆ, ਜਾਂ ਮੈਂ 8 ਲੈ ਲਿਆ, ਜਾਂ ਮੈਂ 10 ਲੈ ਲਿਆ। ਮੇਰੇ 12 ਲੈਂਦਿਆਂ ਨਾਲ ਦੇਖੋ ਜੀ ਕੀ ਹੋ ਗਿਆ, ਸਾਈਜ਼ ਬਿਲਕੁਲ ਸੈੱਟ ਹੋ ਗਿਆ, ਸਾਨੂੰ ਐਨ ਕਲੀਅਰ ਕੱਟ ਨਜ਼ਰ ਆ ਰਿਹਾ ਹੈ। ਬਟ ਮੈਂ ਇੱਕ ਪੋਰਸ਼ਨ ਨੂੰ ਸਿਲੈਕਟ ਕਰ ਲੈਣਾ। ਠੀਕ ਹੈ ਜੀ। ਮੈਂ ਹੁਣ ਇਸ ਪੋਰਸ਼ਨ ਦੇ ਉੱਤੇ ਕੰਮ ਇਹ ਕਰਨਾ ਚਾਹੁੰਦਾ ਕਿ ਮੈਂ ਇਹਨੂੰ ਵੱਡਾ ਕਰਨਾ ਚਾਹੁੰਦਾ। ਮੈਂ ਜ਼ਰੂਰੀ ਨਹੀਂ ਹੈ ਕਿ ਮੈਂ ਇਸ ਤੇ ਹੀ ਕਲਿੱਕ ਕਰਾਂ ਔਰ ਇਹਦਾ ਨੰਬਰ ਇੰਕਰੀਜ਼ ਕਰਾਂ। ਮੇਰੇ ਕੋਲ ਬਾਹਰ ਵੀ ਇੱਕ ਸ਼ਾਰਟਕਟ ਮਿਲਿਆ ਹੋਇਆ ਮੈਨੂੰ। ਇਹ ਦੇਖੋ, ਇਹ ਇੱਕ A ਹੈ ਜਿਹਦੇ ਉੱਪਰ ਨੂੰ ਸਾਈਨ ਜਾ ਰਿਹਾ ਹੈ, ਐਰੋ ਉੱਪਰ ਹੈ। ਇੱਕ A ਹੈ ਜਿਹਦਾ ਐਰੋ ਨੀਚੇ ਜਾ ਰਿਹਾ ਹੈ। ਉੱਪਰ ਜਾਣ ਦਾ ਮਤਲਬ ਹੈ ਕਿ ਇਹਦਾ ਸਾਈਜ਼ ਇੰਕਰੀਜ਼ ਕਰ ਰਿਹਾ। ਮੈਂ ਬਾਰ-ਬਾਰ ਉਸ ਤੇ ਕਲਿੱਕ ਕਰ ਰਿਹਾ, ਉਹਦਾ ਸਾਈਜ਼ ਇੰਕਰੀਜ਼ ਹੋ ਰਿਹਾ ਹੈ। ਉਹ ਸਾਈਜ਼ ਜਿਹੜਾ 24 ਪਹੁੰਚ ਗਿਆ। ਕਲੀਅਰ ਹੈ ਜੀ। ਮੈਂ ਇਹਦਾ ਕਲਰ ਚੇਂਜ ਕਰਨਾ ਚਾਹੁੰਦਾ। A ਦੇ ਨਾਲ ਰੈੱਡ ਕਲਰ ਦੇ ਉੱਤੇ ਆ ਰਿਹਾ ਹੈ, ਮੈਂ ਇਹਨੂੰ ਰੈੱਡ ਸਿਲੈਕਟ ਕਰ ਲੈਣਾ ਜੀ। ਇਹ ਮੇਰਾ ਕਲਰ ਰੈੱਡ ਹੋ ਗਿਆ। ਠੀਕ ਹੈ। ਇਹਨੂੰ ਮੈਂ ਬੋਲਡ ਕਰਨਾ ਚਾਹੁੰਦਾ, ਇਹਦਾ ਮੈਂ ਫੌਂਟ ਵੀ ਚੇਂਜ ਕਰਨਾ ਚਾਹੁੰਦਾ। ਮੈਂ ਫੌਂਟ ਦੇ ਉੱਤੇ ਕਲਿੱਕ ਕਰਦਾ, ਮੇਰੇ ਕੋਲ ਇੱਥੇ ਨੰਬਰ ਆਫ ਫੌਂਟਸ ਨਜ਼ਰ ਆ ਰਹੇ ਨੇ। ਜਿੰਨੇ ਵੀ ਮੇਰੇ ਇਸ ਕੰਪਿਊਟਰ ਦੇ ਵਿੱਚ ਫੀਡ ਨੇ, ਉਹ ਸਾਰੇ ਦੇ ਸਾਰੇ ਫੌਂਟਸ ਮੈਨੂੰ ਇੱਥੇ ਨਜ਼ਰ ਆਣੇ ਸ਼ੁਰੂ ਹੋ ਗਏ। ਮੈਂ ਇਹਨਾਂ 'ਚੋਂ ਇੱਕ ਫੌਂਟ ਯੂਜ਼ ਕਰ ਲਿਆ ਔਨ ਦੀ ਇਨਸਰਟ ਟੈਬ। ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਰੈੱਡ ਕਲਰ 'ਚ ਹੋ ਗਿਆ, ਉਹਦਾ ਫੌਂਟ ਸਾਈਜ਼ ਇੰਕਰੀਜ਼ ਹੋ ਗਿਆ, ਉਹਦਾ ਫੌਂਟ ਦਾ ਸਟਾਈਲ ਚੇਂਜ ਹੋ ਗਿਆ। ਠੀਕ ਹੈ ਜੀ। ਇਹ ਸਾਰੇ ਛੋਟੇ ਕੰਮ ਜਿਹੜੇ ਆ ਮੈਂ ਇਹਨਾਂ ਚੀਜ਼ਾਂ ਦੇ ਨਾਲ ਕਰ ਸਕਦਾ। ਫੌਂਟ ਟੈਬ ਦੇ ਵਿੱਚ ਹੀ ਥੋੜੀ ਜਿਹੀ ਹੋਰ ਚੀਜ਼ਾਂ ਵੀ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਮੇਰੇ ਕੋਲ ਇੱਕ ਕੈਪੀਟਲ A ਔਰ ਇੱਕ ਸਮਾਲ a ਛੋਟਾ ਜਿਹਾ ਇੱਥੇ ਬਣਿਆ ਨਜ਼ਰ ਆ ਰਿਹਾ ਹੈ।
ਦਿਸ ਇਜ਼ ਕੇਸ। ਜਦੋਂ ਹੁਣ ਆਪਾਂ ਕਹਿੰਦੇ ਆ ਨਾ ਕਿ ਵੱਡੀ ABC ਲਿਖਣੀ ਹੈ ਔਰ ਛੋਟੀ ABC ਲਿਖਣੀ ਹੈ, ਆਪਾਂ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਉਹਨੂੰ ਕਹਿੰਦੇ ਆ ਅਪਰ ਕੇਸ ਐਂਡ ਲੋਅਰ ਕੇਸ। ਠੀਕ ਹੈ ਜੀ। ਸੋ ਸਭ ਤੋਂ ਪਹਿਲੀ ਸਾਡੇ ਕੋਲ ਆਪਸ਼ਨ ਆ ਰਹੀ ਹੈ ਸੈਂਟੈਂਸ ਕੇਸ। ਜਦੋਂ ਮੈਂ ਕਹਿੰਦਾ ਸੈਂਟੈਂਸ ਕੇਸ, ਉਦੋਂ ਇਹ ਬੇਸਿਕਲੀ ਇਹਨੂੰ ਕੀ ਕਰਨਾ ਚਾਹੀਦਾ ਹੈ, ਇਹ ਸਾਰਾ ਇਹਨੇ ਕੈਪੀਟਲਸ ਦੇ ਵਿੱਚ ਦਿੱਤਾ ਹੋਇਆ। ਆਈ ਥਿੰਕ ਇਹ ਇੱਕ ਵਾਰੀ ਆਪਾਂ ਫਿਰ ਚੈੱਕ ਕਰਦੇ ਹਾਂ। ਇਹ ਸਾਰੇ ਨੂੰ ਮੈਂ ਲੈ ਕੇ ਜਾਣਾ ਜੀ ਪਹਿਲਾਂ ਅਪਰ ਕੇਸ ਦੇ ਵਿੱਚ। ਇਹ ਸਾਰਾ ਅਪਰ ਕੇਸ ਹੋ ਗਿਆ। ਉਹਦੇ ਉੱਤੇ ਐਕਚੁਅਲੀ ਆਪਣਾ ਪਹਿਲਾਂ ਫਾਰਮੈਟ ਸੈੱਟ ਕੀਤਾ ਹੋਇਆ, ਇਸ ਕਰਕੇ ਉਹ ਬੇਸਿਕਲੀ ਜਿਹੜਾ ਇਹ ਫੌਂਟ ਹੈ ਇਹਦੇ ਵਿੱਚ ਹੀ ਜਿਹੜਾ ਹੈ ਉਹ ਸਮੌਲ ਹੋਏਗਾ ਹੀ ਨਹੀਂ, ਇਸੇ ਕਰਕੇ ਉਹਨੇ ਉਹਨੂੰ ਕਨਵਰਟ ਨਹੀਂ ਕੀਤਾ। ਇਹ ਜਿਹੜਾ ਮੈਂ ਸਿਲੈਕਸ਼ਨ ਕੀਤੀ ਸੀਗੀ, ਇਸਨੇ ਦੇਖੋ ਉਸ ਨੂੰ ਕੈਪੀਟਲ ਕਰ ਦਿੱਤਾ। ਸੈਂਟੈਂਸ ਕੇਸ ਕੀ ਸੀਗਾ ਕਿ ਫਰਸਟ ਲੈਟਰ ਕੈਪੀਟਲ ਹੋਏਗਾ, ਉਸ ਤੋਂ ਬਾਅਦ ਦੇ ਬਾਕੀ ਸਾਰੇ ਜਿਵੇਂ ਸਮੌਲ ਹੋਣਗੇ। ਜਿਵੇਂ ਇੱਥੇ ਚੱਲਦਾ U ਤੋਂ ਲੈ ਕੇ U ਦਾ Y ਕੈਪੀਟਲ ਹੈਗਾ। ਠੀਕ ਹੈ ਜੀ। ਸਿਲੈਕਸ਼ਨ ਕਰਦੇ ਹਾਂ, ਕੈਪੀਟਲਾਈਜ਼ ਈਚ ਵਰਡ, the design the D capital, T the T to the T capital, coordinate the C capital with the W capital। सो हर एक वर्ड ਜਿਹੜਾ ਹੈ उन्होंने कैपिटलाइज कर ਦਿੱਤਾ। वापस सिलेक्शन करो, ठीक है जी। टॉगल केस, टॉगल केस ਦਾ ਮਤਲਬ ਹੈ ਛੋਟੇ ਨੂੰ ਵੱਡਾ ਤੇ ਵੱਡੇ ਨੂੰ ਛੋਟਾ। ਠੀਕ ਹੋ ਗਿਆ। ਜਿਹੜੇ ਵੱਡੇ ਸੀਗੇ ਕਿਉਂਕਿ ਹਰ ਵਰਡ ਇੱਕ ਕੈਪੀਟਲ ਸੀਗਾ, ਹਰ ਦੂਜਾ ਵਰਡ ਜਿਹੜਾ ਸਮਾਲ ਸੀਗਾ। ਜਿਹੜੇ ਛੋਟੇ ਸੀ ਉਹ ਵੱਡੇ ਹੋ ਗਏ, ਜਿਹੜੇ ਵੱਡੇ ਸੀ ਉਹ ਛੋਟੇ ਹੋ ਗਏ। ਵਾਪਸ ਅਸੀਂ ਸੈਂਟੈਂਸ ਕੇਸ ਤੇ ਚਲੇ ਜਾਂਦੇ ਹਾਂ। ਠੀਕ ਹੈ ਜੀ। ਸੋ ਇਹ ਵੀ ਇੱਕ ਆਪਸ਼ਨ ਹੈਗੀ ਹੈ। ਜਦੋਂ ਅਸੀਂ ਮੈਥਸ ਦੇ ਨਾਲ ਕੰਮ ਕਰ ਰਹੇ ਹੁੰਦੇ ਆ ਤਾਂ ਸਾਨੂੰ ਪਾਵਰ ਵੀ ਚਾਹੀਦੀ ਹੁੰਦੀ ਹੈ, ਸਾਨੂੰ ਬੇਸ ਵੀ ਚਾਹੀਦਾ ਹੁੰਦਾ। ਸੋ ਇੱਥੇ ਪਾਵਰ ਵੀ ਹੈ ਔਰ ਬੇਸ ਵੀ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਯੂਜ਼ ਕਰਕੇ ਦੇਖਣਾ ਹੈ। ਬੋਲਡ, ਇਟੈਲਿਕ, ਅੰਡਰਲਾਈਨ, ਇਹ ਤੁਹਾਨੂੰ ਆਲਰੇਡੀ ਪਤਾ ਹੈ ਕਿ ਜੇ ਮੈਂ ਸਪੋਜ਼ ਇਸ ਵਰਡ ਡਾਕੂਮੈਂਟ ਨੂੰ ਮੈਂ ਬੋਲਡ ਕਰਨਾ ਚਾਹਾਂ ਤਾਂ ਇਹ ਥੋੜਾ ਵੱਡਾ ਹੋ ਕੇ ਦਿਖੇਗਾ। ਇਟੈਲਿਕ ਕਰਦਾ ਤਾਂ ਥੋੜਾ ਜਿਹਾ ਟੇਢਾ ਹੋ ਜਾਂਦਾ ਹੈ। ਅੰਡਰਲਾਈਨ ਕਰਦਾ ਤਾਂ ਉਹਦੇ ਨੀਚੇ ਇੱਕ ਲਾਈਨ ਆ ਜਾਂਦੀ ਹੈ। ਬਟ ਅੰਡਰਲਾਈਨ ਕਰਨ ਦੇ ਵੀ ਸਟਾਈਲਸ ਹੋ ਸਕਦੇ ਆ। ਇਸ ਕਰਕੇ ਵੈਨ ਯੂ ਕਲਿੱਕ ਔਨ ਦਿਸ ਯੂ ਵਿਲ ਗੈਟ ਨੰਬਰ ਆਫ ਸਟਾਈਲਸ। ਤੁਸੀਂ ਜਿਹੜੇ ਵੀ ਸਟਾਈਲ ਨੂੰ ਚੂਜ਼ ਕਰਨਾ ਚਾਹੁੰਦੇ ਹੋ ਉਸ ਤਰੀਕੇ ਦਾ ਅੰਡਰਲਾਈਨਿੰਗ ਤੁਹਾਡੇ ਸਾਹਮਣੇ ਆ ਜਾਏਗਾ। ਇਹ ਸਾਡੀ ਬੇਸਿਕ ਰਿਕੁਆਇਰਮੈਂਟ ਹੈ। ਜਦੋਂ ਕਿ ਅਸੀਂ ਇੱਕ ਵਰਡ ਦੇ ਨਾਲ ਕੰਮ ਕਰਦੇ ਹਾਂ, ਅਸੀਂ ਇੱਕ ਡਾਕੂਮੈਂਟ ਕ੍ਰੀਏਟ ਕਰਦੇ ਹਾਂ, ਅਸੀਂ ਉਸ ਡਾਕੂਮੈਂਟ ਦੇ ਵਿੱਚ ਜਿਹੜੇ ਵੀ ਵਰਡਸ ਲਿਖੇ ਹੋਏ ਨੇ ਉਹਨਾਂ ਵਰਡਸ ਦੇ ਉੱਤੇ ਅਸੀਂ ਅਲੱਗ-ਅਲੱਗ ਤਰੀਕੇ ਦੇ ਐਕਸਪੈਰੀਮੈਂਟਸ ਕਰਕੇ ਦੇਖਣਾ ਚਾਹੁੰਦੇ ਹਾਂ। ਹੁਣ ਸਾਡੇ ਕੋਲ ਇੱਕ ਹਾਈਲਾਈਟਰ ਹੁੰਦਾ। ਜਿਸ ਟਾਈਮ ਤੇ ਤੁਸੀਂ ਦੇਖਿਆ ਹੋਵੇਗਾ, ਤੁਸੀਂ ਪੈਨ ਨਾਲ ਨੋਟਸ ਬਣਾਏ ਆ, ਹਾਈਲਾਈਟਰ ਆਉਂਦੇ ਆ। ਤੁਸੀਂ ਬੇਸਿਕਲੀ ਉਹਨਾਂ ਪੋਰਸ਼ਨ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ। ਸੋ ਵੈਨ ਆਈ ਸੇ ਕਿ ਮੈਂ ਆ ਜਿਹੜੀ ਲਾਈਨ ਹੈਗੀ ਹੈ ਮੈਂ ਇਸ ਨੂੰ ਹਾਈਲਾਈਟ ਕਰਨਾ ਚਾਹੁੰਦਾ। ਠੀਕ ਹੈ। ਸੋ ਇੱਥੇ ਹਾਈਲਾਈਟਰ ਦੀ ਆਪਸ਼ਨ ਵੀ ਸਾਡੇ ਕੋਲ ਆ ਰਹੀ ਹੈ। ਕਿਹੜੇ ਕਲਰ ਦੇ ਨਾਲ ਤੁਸੀਂ ਹਾਈਲਾਈਟ ਕਰਨਾ ਹੈ ਦੈਟ ਯੂ ਹੈਵ ਟੂ ਚੂਜ਼। ਫॉर एग्जांपल ਮੈਂ ਯੈਲੋ ਕਲਰ ਦੇ ਨਾਲ ਹੀ ਕਰ ਰਿਹਾ। ਇਹ ਮੇਰਾ ਬੈਕਗ੍ਰਾਉਂਡ ਸਿਲੈਕਸ਼ਨ ਹੋ ਗਿਆ, ਜਿਹਨੂੰ ਕਿ ਮੈਂ ਕਹਿੰਦਾ ਕਿ ਮੈਂ ਹਾਈਲਾਈਟ ਕਰ ਦਿੱਤਾ। ਠੀਕ ਹੈ। ਸੋ ਫੌਂਟ ਟੈਬ ਦੇ ਅੰਡਰ ਇਹ ਸਾਡੇ ਕੋਲ ਸਾਰੀ ਚੀਜ਼ਾਂ ਜਿਹੜੀਆਂ ਹੈ ਉਹ ਪ੍ਰੈਜ਼ੈਂਟ ਹੈ। ਹੁਣ ਇੱਕ ਸਵਾਲ ਹੋਰ ਖੜਾ ਹੁੰਦਾ ਕਿ ਫॉर एग्जांपल ਤੁਹਾਨੂੰ ਇਹ ਜਿਹੜਾ ਸਟਾਈਲ ਸੀਗਾ ਇਹ ਤੁਹਾਨੂੰ ਬਹੁਤ ਪਸੰਦ ਹੈ, ਬਟ ਹੁਣ ਤੁਸੀਂ ਭੁੱਲ ਗਏ ਵੀ ਇਹ ਅਸੀਂ ਇਹਦੇ ਵਿੱਚ ਫੌਂਟ ਕਿਹੜਾ ਯੂਜ਼ ਕੀਤਾ ਹੈ, ਅਸੀਂ ਇਹਦਾ ਸਾਈਜ਼ ਕਿਹੜਾ ਯੂਜ਼ ਕੀਤਾ ਹੈ। ਫॉर एग्जांपल ਰਿਬਨ ਨਾ ਵੀ ਨਜ਼ਰ ਆ ਰਿਹਾ ਹੋਏ, ਠੀਕ ਹੈ, ਸਾਨੂੰ ਫੌਂਟ ਵਾਲਾ ਉੱਥੇ ਨਜ਼ਰ ਨਹੀਂ ਆ ਰਿਹਾ ਔਰ ਤੁਸੀਂ ਇਸ ਚੀਜ਼ ਨੂੰ ਕਾਪੀ ਕਰਵਾਉਣਾ ਚਾਹੁੰਦੇ ਹੋ ਇਹ ਪੂਰੇ ਸਟਾਈਲ ਨੂੰ, ਤਾਂ ਤੁਸੀਂ ਕੀ ਕਰਦੇ ਹੋ, ਇਹਨੂੰ ਸਿਲੈਕਸ਼ਨ ਕਰੋ। ਤੁਹਾਡੇ ਕੋਲ ਇਹ ਸਾਈਡ ਦੇ ਉੱਤੇ ਕਲਿੱਪ ਬੋਰਡ ਹੈ। ਕਲਿੱਪ ਬੋਰਡ ਦੇ ਵਿੱਚ ਤੁਹਾਡੇ ਕੋਲ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਫਾਰਮੈਟ ਪੇਂਟਰ। ਤੁਸੀਂ ਉਹਨੂੰ ਕਲਿੱਕ ਕਰ ਦਿੱਤਾ। ਹੁਣ ਤੁਸੀਂ ਇਹਨਾਂ ਚੋਂ ਚੂਜ਼ ਕਰੋ ਵੀ ਤੁਸੀਂ ਕਿਹੜੇ ਵਰਡ ਦੇ ਉੱਤੇ ਇਹ ਸੇਮ ਚੀਜ਼ ਫਾਰਮੈਟ ਲੈ ਕੇ ਆਉਣਾ ਚਾਹੁੰਦੇ ਹੋ। ਫॉर एग्जांपल ਮੈਂ ਕਹਿੰਦਾ ਹੋਮ ਦੇ ਉੱਤੇ, ਤਾਂ ਮੈਂ ਜਸਟ ਹੋਮ ਦੇ ਉੱਤੇ ਕਲਿੱਕ ਕੀਤਾ, ਇਹਨੇ ਇਸ ਦਾ ਪੂਰਾ ਫਾਰਮੈਟ ਕਾਪੀ ਕਰਕੇ ਇੱਥੇ ਸਾਹਮਣੇ ਉਹਦੇ ਪੇਸਟ ਕਰ ਦਿੱਤਾ। ਠੀਕ ਹੈ। ਇਹ ਬੇਸਿਕ ਛੋਟੀ ਛੋਟੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਇਹਦੇ ਵਿੱਚ ਯੂਜ਼ ਕਰਦੇ ਹਾਂ, ਅਸੀਂ ਇਹਨਾਂ ਨੂੰ ਵਰਤਦੇ ਹੈਗੇ ਹਾਂ। ਠੀਕ ਹੈ। ਅਸੀਂ CVs ਬਣਾਉਣ ਵਾਸਤੇ, ਲੈਟਰਸ ਲਿਖਣ ਵਾਸਤੇ, ਕੋਈ ਵੀ ਤੁਹਾਨੂੰ ਨੋਟਸ ਜਿਹੜੇ ਮਿਲ ਰਹੇ ਨੇ ਉਹ ਵੀ MS ਵਰਡ ਦੇ ਵਿੱਚ ਹੀ ਕ੍ਰੀਏਟ ਹੁੰਦੇ ਨੇ।
ਕਲੀਅਰ ਹੈ ਜੀ। ਤੁਸੀਂ ਪੜ੍ਹਿਆ ਹੋਣਾ ਨੋਟਸ ਦੇ ਵਿੱਚ, ਉਹਦੇ 'ਚ ਤੁਸੀਂ ਦੇਖਦੇ ਹੋ ਕਿ ਪ੍ਰੋਪਰ ਸਾਡਾ ਸਾਰਾ ਕੁਝ ਜਿਹੜਾ ਕੰਟੈਂਟ ਹੈ ਆ ਰਿਹਾ ਹੈ, ਨੋਟਸ ਜਿਹੜੇ ਆ ਰਹੇ ਨੇ ਉਹ ਸਾਰੇ ਇਸੇ ਚੀਜ਼ ਦੇ ਉੱਤੇ ਹੀ ਬਣੇ ਹੁੰਦੇ ਆ। ਠੀਕ ਹੈ, ਸਾਨੂੰ ਪਤਾ ਨਹੀਂ ਸਾਨੂੰ ਕਿਹੜੀ ਆਪਸ਼ਨ ਦੀ ਲੋੜ ਕਿੱਥੇ ਪੈ ਜਾਏਗੀ। ਠੀਕ ਹੈ, ਹੁਣ ਆਪਾਂ ਅੱਗੇ ਦੇਖਦੇ ਹਾਂ। ਸਾਡੇ ਕੋਲ ਇਹ ਜਿਹੜਾ ਪੈਰਾਗ੍ਰਾਫ ਮੈਂ ਸਿਲੈਕਟ ਕੀਤਾ ਹੋਇਆ, ਇਹ ਬੇਸਿਕਲੀ ਅਸੀਂ ਹੁਣ ਜਿਵੇਂ ਇੰਗਲਿਸ਼ ਦੇ ਵਿੱਚ ਜਦੋਂ ਕੰਮ ਕਰਦੇ ਹਾਂ ਅਸੀਂ ਲੈਫਟ ਅਲਾਈਨ ਕਰਕੇ ਚੱਲਦੇ ਹਾਂ। ਇਹ ਤੁਸੀਂ ਦੇਖ ਰਹੇ ਹੋ ਕਿ ਇਹ ਲੈਫਟ ਅਲਾਈਨਡ ਹੈ। ਸਾਡੇ ਕੋਲ ਇੱਕ ਪੈਰਾਗ੍ਰਾਫ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਪੈਰਾਗ੍ਰਾਫ ਦੀ ਇੱਕ ਟੈਬ ਹੈ, ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ 4 ਆਪਸ਼ਨਸ ਬਣੀਆਂ ਹੋਈਆਂ। ਦਿਸ ਇਜ਼ ਲੈਫਟ ਅਲਾਈਨ, ਦਿਸ ਇਜ਼ ਸੈਂਟਰ ਅਲਾਈਨ, ਦਿਸ ਇਜ਼ ਰਾਈਟ ਅਲਾਈਨਡ ਕਿ ਉਹ ਰਾਈਟ ਸਾਈਡ ਦੇ ਉੱਤੇ ਪੂਰਾ ਬਰਾਬਰ ਜਾਏਗਾ, ਔਰ ਦਿਸ ਇਜ਼ ਜਸਟੀਫਾਈ। ਜਸਟੀਫਾਈ ਦਾ ਮਤਲਬ ਹੈ ਕਿ ਪੂਰੇ ਸਕਰੀਨ ਦੇ ਉੱਤੇ ਉਹਨੂੰ ਲਿਆਏਗਾ, ਕਿਤੇ ਵਰਡਸ ਨੂੰ ਖੁੱਲਾ ਕਰ ਦੇਗਾ, ਕਿਤੇ ਟਾਈਟ ਕਰ ਦੇਗਾ, ਜਿੱਥੇ ਜਿਵੇਂ ਉਹਦੀ ਸੈਟਿੰਗ ਬਣਦੀ ਹੈ। ਸੋ ਸੈਟਿੰਗ ਦੇ ਅਕੋਰਡਿੰਗਲੀ ਹੈ। ਦਿਸ ਆਪਸ਼ਨ ਇਜ਼ ਕਾਲਡ ਜਸਟੀਫਾਈ। ਮੋਸਟਲੀ ਪੀਪਲ ਆਰ ਯੂਜ਼ਿੰਗ ਲੈਫਟ ਅਲਾਈਨਡ। ਕਲੀਅਰ ਹੈ ਜੀ। ਫਿਰ ਇੱਕ ਲਾਈਨ ਤੋਂ ਲੈ ਕੇ ਦੂਸਰੀ ਲਾਈਨ ਦੇ ਵਿੱਚ ਸਪੇਸ ਕਿੰਨੀ ਹੈ ਉਹ ਸਾਡੇ ਕੋਲ ਆਪਸ਼ਨ ਆ ਰਹੀ ਹੈ। 1.0 ਹੈ, 1.15 ਹੈ, 1.5 ਹੈ, 2.0 ਹੈ। ਮੈਂ ਜਿੰਨੀ ਲਾਈਨ ਸਪੇਸਿੰਗ ਵਧਾ ਦਾਂਗਾ ਲਾਈਨ ਸਪੇਸਿਸ ਇੰਕਰੀਜ਼ ਹੋਗੀ। ਠੀਕ ਹੈ ਜੀ। ਪਰ ਮੈਨੂੰ ਹੁਣ ਵਾਪਸ ਲਾਈਨ ਸਪੇਸਿੰਗ ਜਿਹੜੀ ਹੈ ਮੈਨੂੰ ਉਹੀ 1.15 ਵਾਲੀ ਸੂਟ ਕਰ ਰਹੀ ਹੈ, ਮੈਂ ਉਸ 'ਤੇ ਸੈਟਿੰਗ ਕਰ ਦਿੱਤੀ। ਕਲੀਅਰ ਹੈ। ਸ਼ਾਰਟਕਟਸ ਜ਼ਰੂਰ ਯਾਦ ਰੱਖਣੇ ਆ ਤੁਸੀਂ। ਕਿਹੜੇ ਸ਼ਾਰਟਕਟਸ ਨੇ, ਉਹਨਾਂ ਸ਼ਾਰਟਕਟਸ ਦੇ ਉੱਤੇ ਬੇਸਿਕ ਜਿਹੜੇ ਹੈਗੇ ਹੈ, ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਸਾਰਾ ਦਾ ਸਾਰਾ ਟੈਕਸਟ ਸਿਲੈਕਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਕੀਬੋਰਡ ਤੇ ਜਾਓ, ਕੰਟਰੋਲ A ਪ੍ਰੈਸ ਕਰੋ, ਸਾਰਾ ਦਾ ਸਾਰਾ ਸਿਲੈਕਸ਼ਨ ਹੋ ਗਈ। ਠੀਕ ਹੈ ਜੀ। ਹੁਣ ਤੁਸੀਂ ਸਾਰੀ ਸਿਲੈਕਸ਼ਨ ਦੇ ਨਾਲ ਕਰਨਾ ਕੀ ਚਾਹੁੰਦੇ ਹੋ, ਬਹੁਤ ਇੰਪੋਰਟੈਂਟ ਇੱਕ ਫੀਚਰ ਆਉਂਦਾ ਕੱਟ, ਕਾਪੀ ਐਂਡ ਪੇਸਟ। ਉਹ ਸਾਡੇ ਕੋਲ ਇੱਥੇ ਨਜ਼ਰ ਵੀ ਆ ਰਿਹਾ ਹੈ, ਜਿੱਥੇ ਤੁਹਾਨੂੰ ਮੈਂ ਕਲਿੱਪਬੋਰਡ ਦਿਖਾਇਆ ਸੀਗਾ। ਕਲਿੱਪਬੋਰਡ ਦੇ ਵਿੱਚ ਸਭ ਤੋਂ ਪਹਿਲੀ ਆਪਸ਼ਨ ਸੀ ਕੱਟ, ਦੂਜੀ ਹੈ ਕਾਪੀ, ਤੀਸਰੀ ਹੈ ਇਧਰਲੇ ਪਾਸੇ ਪੇਸਟ, ਔਰ ਨੀਚੇ ਹੈ ਫਾਰਮੈਟ ਪੇਂਟਰ। ਫਾਰਮੈਟ ਪੇਂਟਰ ਦਾ ਕੰਮ ਆਪਾਂ ਦੇਖ ਲਿੱਤਾ, ਪਰ ਜੇ ਮੈਂ ਇਸ ਆਪਸ਼ਨਸ ਨੂੰ ਯੂਜ਼ ਕਰਨਾ ਚਾਹਨਾ ਤਾਂ ਕੱਟ ਔਰ ਕਾਪੀ ਦੇ ਵਿੱਚ ਇੱਕ ਛੋਟਾ ਜਿਹਾ ਡਿਫਰੈਂਸ ਹੁੰਦਾ ਹੈ। ਜਦੋਂ ਮੈਂ ਇਹਨੂੰ ਕਹਿੰਦਾ ਕਾਪੀ ਤਾਂ ਮੈਂ ਇਹਨੂੰ ਕਾਪੀ ਕਰ ਲਿਆ। ਠੀਕ ਹੈ ਜੀ। ਹੁਣ ਮੈਂ ਇਸ ਚੀਜ਼ ਨੂੰ ਪੇਸਟ ਕਰਨਾ ਚਾਹੁੰਦਾ ਤਾਂ ਮੈਂ ਇੱਥੇ ਜਾਣਾ, ਮੈਂ ਇੱਥੇ ਜਾ ਕੇ ਕਲਿੱਕ ਕਰਦਾ, ਮੇਰੇ ਕੋਲ ਇਹ ਪੇਸਟ ਹੋ ਗਿਆ। ਹੁਣ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਤਾਂ ਉਹੀ ਚੀਜ਼ ਨਜ਼ਰ ਆ ਰਹੀ ਹੈ, ਬਟ ਜੇ ਆਪਾਂ ਪੇਜ ਦੇ ਵਿੱਚ ਉੱਪਰ ਸਕਰੋਲ ਕਰਕੇ ਜਾਈਏ ਤਾਂ ਇਹ ਕਾਪੀ ਬਣ ਗਈ ਹੈ। ਠੀਕ ਹੈ। ਮੈਂ ਜਿੰਨੀ ਵਾਰੀ ਵੀ ਉੱਥੇ ਪੇਸਟ ਕਰ ਦਾਂਗਾ ਉੱਥੇ ਆ ਜਾਏਗਾ। ਹੁਣ ਕੱਟ, ਕਾਪੀ ਔਰ ਪੇਸਟ ਡਿਫਰੈਂਸ ਕਿੱਥੇ ਹੈ? ਮੈਂ ਇਹਨੂੰ ਵਾਪਸ ਕਰਨਾ ਚਾਹੁੰਦਾ, ਮੈਂ ਜਿਹੜਾ ਪੇਸਟ ਕੀਤਾ ਹੈ ਮੈਂ ਇਹਨੂੰ ਅਨਡੂ ਕਰਨਾ ਚਾਹੁੰਦਾ। ਸੋ ਅਨਡੂ ਕਰਨ ਦੇ ਵਾਸਤੇ ਮੇਰੇ ਕੋਲ ਸ਼ਾਰਟਕਟ ਹੈ ਕੰਟਰੋਲ Z। ਕੀਬੋਰਡ ਦੇ ਉੱਤੇ ਤੁਸੀਂ ਕੰਟਰੋਲ ਦੇ ਨਾਲ Z ਦਬਾਓਗੇ, ਉਹ ਤੁਹਾਡਾ ਅਨਡੂ ਹੋ ਜਾਏਗਾ। ਠੀਕ ਹੈ। ਆਪਾਂ ਵਾਪਸ ਇੰਨਾ ਪੋਰਸ਼ਨ ਹੀ ਸਿਲੈਕਟ ਕਰਦੇ ਹਾਂ। ਇਹ ਮੈਂ ਸਾਰਾ ਸਿਲੈਕਸ਼ਨ ਕਰ ਲਿੱਤੀ। ਕੱਟ, ਕਾਪੀ ਔਰ ਪੇਸਟ ਸਾਡੇ ਕੀਬੋਰਡ ਦੇ ਵਿੱਚ, ਜੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਤੁਸੀਂ ਆਪਣੇ ਕੋਲ ਕੀਬੋਰਡ ਖੋਲ ਕੇ ਦੇਖੋ, ਤੁਹਾਡੇ ਕੋਲ X, C ਤੇ V ਤਿੰਨ ਆਪਸ਼ਨਾਂ ਇਕੱਠੀਆਂ ਹੁੰਦੀਆਂ। X is cut, C is copy, V is paste। ਸੋ ਕੰਟਰੋਲ ਦੇ ਨਾਲ ਇਹ ਸਾਰੇ ਕੰਮ ਕਰਨਗੇ। ਮੈਂ ਕੰਟਰੋਲ C ਕੀਤਾ ਤੇ ਕਾਪੀ ਹੋ ਗਿਆ, ਕੰਟਰੋਲ V ਕਰਦਾ ਪੇਸਟ ਹੋ ਗਿਆ। ਠੀਕ ਹੈ ਜੀ। ਕੰਟਰੋਲ X ਨੇ ਕੀ ਕਰਨਾ ਸੀਗਾ, ਵਾਪਸ ਮੈਂ ਉੱਪਰ ਜਾਣਾ, ਫਿਰ ਸਾਰੀ ਸਿਲੈਕਸ਼ਨ ਕਰ ਲੈਣਾ। ਜਦੋਂ ਮੈਂ ਕਰਦਾ ਕੰਟਰੋਲ X ਤਾਂ ਇਹ ਕੱਟ ਗਿਆ ਉੱਥੋਂ ਦੀ, ਇੱਕ ਜਗ੍ਹਾ ਤੋਂ ਅਸੀਂ ਚੁੱਕ ਲਿੱਤਾ, ਕੱਟ ਲਿੱਤਾ, ਲੇਕਿਨ ਉਹਨੂੰ ਪੇਸਟ ਕਰ ਰਹੇ ਹਾਂ। ਕੰਟਰੋਲ V ਦੇ ਨਾਲ ਉਹ ਪੇਸਟ ਹੋ ਜਾਏਗਾ। ਸੋ ਜਿਹੜਾ ਪੇਸਟ ਹੋ ਰਿਹਾ ਹੈ ਉਹ ਉਹੀ ਸਮਾਨ ਹੋਏਗਾ ਜਿਹਨੂੰ ਅਸੀਂ ਜਾਂ ਤਾਂ ਕਾਪੀ ਕੀਤਾ ਹੈ ਜਾਂ ਅਸੀਂ ਕੱਟ ਕੀਤਾ ਹੈ। ਸੋ ਦਿਸ ਫੀਚਰ ਇਜ਼ ਵੈਰੀ ਇੰਪੋਰਟੈਂਟ। ਯਾਦ ਰੱਖ ਲੈਣਾ ਹੈ ਤੁਹਾਡੇ ਕੀਬੋਰਡ ਦੇ ਉੱਤੇ Z, X, C ਔਰ V। Z is undo, X is cut, C is copy and V is paste। ਹੁਣ ਤੁਸੀਂ ਕਹੋਗੇ ਪੇਸਟ ਦਾ P ਕਿਉਂ ਨਹੀਂ ਬਣਾਇਆ? ਕਿਉਂਕਿ P ਤੋਂ ਪ੍ਰਿੰਟ ਹੈ। ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਜਿਹੜੇ ਸ਼ਾਰਟਕਟਸ ਹੈਗੇ ਆ ਉਹ ਮੈਂ ਤੁਹਾਨੂੰ ਨੋਟਸ ਦੇ ਵਿੱਚ ਜ਼ਰੂਰ ਪਹੁੰਚਾ ਦਾਂਗਾ। ਠੀਕ ਹੈ। ਤੁਸੀਂ ਸਾਰਾ ਦਾ ਸਾਰਾ ਡਾਕੂਮੈਂਟ ਸਿਲੈਕਟ ਕਰਨਾ ਹੋਏ ਤੁਸੀਂ ਕੰਟਰੋਲ A ਯੂਜ਼ ਕਰੋ। ਸਾਰਾ ਦਾ ਸਾਰਾ ਤੁਹਾਡਾ ਡਾਕੂਮੈਂਟ A to Z, ਚਾਹੇ 1 ਪੇਜ ਹੈ, ਚਾਹੇ 100 ਪੇਜ ਹੈ, ਚਾਹੇ 1000 ਪੇਜ ਹੈ, ਉਹ ਸਾਰੇ ਦੇ ਸਾਰੇ ਆਟੋਮੈਟਿਕਲੀ ਸਿਲੈਕਟ ਹੋ ਜਾਣਗੇ। ਠੀਕ ਹੈ ਜੀ। ਸੋ ਸਾਡੇ ਕੋਲ ਕਲਿੱਪਬੋਰਡ, ਫੌਂਟ,
ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਦਾ ਤੁਹਾਡੇ ਕੋਲ ਮੈਂ ਇੱਕ ਮੈਥਡ ਦੱਸ ਦਿੱਤਾ ਹੈ। ਹਾਂ, ਤੁਸੀਂ ਇਸ ਫਾਰਮੈਟ ਨੂੰ ਮੰਨ ਲਓ, ਇਹ ਵਾਲਾ ਜਿਵੇਂ ਹੋਮ ਅਸੀਂ ਯੂਜ਼ ਕੀਤਾ ਹੋਇਆ ਹੈ, ਇਸ ਦੇ ਉੱਤੇ ਇੱਕ ਫਾਰਮੈਟਿੰਗ ਹੋ ਰੱਖੀ ਹੈ, ਅਸੀਂ ਕੁਝ ਸਟਾਈਲਸ ਬਣਾਏ ਹੋਏ ਹੈ। ਤੁਸੀਂ ਇਸ ਸਟਾਈਲ ਨੂੰ ਇਰੇਜ਼ ਕਰਨਾ ਚਾਹੁੰਦੇ ਹੋ ਤਾਂ ਇੱਥੇ ਇੱਕ ਇਰੇਜ਼ ਦਾ ਬਟਨ ਵੀ ਹੈਗਾ, ਉੱਤੇ ਕਲਿੱਕ ਕੀਤਾ, ਉਹ ਫਾਰਮੈਟ ਜਿਹੜਾ ਖਤਮ ਹੋ ਗਿਆ। ਠੀਕ ਹੈ, ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਚਾਹੁੰਦੇ ਹੋ, ਦਿਸ ਇਜ਼ ਇਰੇਜ਼ਡ। ਠੀਕ ਹੈ, ਅਸੀਂ ਅੱਗੇ ਦੇਖ ਰਹੇ ਸੀ ਪੈਰਾਗ੍ਰਾਫ ਦੇ ਵਿੱਚ। ਹੁਣ ਕਈ ਵਾਰ ਕੀ ਹੁੰਦਾ, ਸਾਡੇ ਕੋਲ ਬੁਲੇਟ ਪੁਆਇੰਟਸ ਹੁੰਦੇ ਆ, ਸਾਡੇ ਕੋਲ ਨੰਬਰਿੰਗ ਕਰਨ ਦੀ ਜ਼ਰੂਰਤ ਹੁੰਦੀ ਹੈ। ਸੋ ਨੰਬਰਿੰਗ ਕਰਨ ਵਿੱਚ ਸਾਨੂੰ ਕੁਝ ਦਿੱਕਤਾਂ ਆਉਂਦੀਆਂ। ਮੈਂ ਇਸ ਪੈਰਾਗ੍ਰਾਫ ਨੂੰ ਖਤਮ ਕਰ ਦਿੰਦਾ। ਕੀਬੋਰਡ ਦੇ ਨਾਲ ਵੀ ਅਸੀਂ ਇਹ ਕੰਮ ਕਰ ਸਕਦੇ ਹਾਂ। ਠੀਕ ਹੈ ਜੀ, ਔਰ ਇਹਨੂੰ ਆਪਾਂ ਡਿਲੀਟ ਕਰ ਦਿੱਤਾ। ਸੋ ਮੇਰੇ ਕੋਲ ਇੱਥੇ 1 2 3 ਆ ਰਿਹਾ ਹੈ, ਕੁਝ ਇੱਥੇ ਬੁਲੇਟ ਪੁਆਇੰਟਸ ਹੈਗੇ ਆ। ਤੁਸੀਂ 1 2 3 ਦੇ ਉੱਤੇ ਕਲਿੱਕ ਕਰੋ, ਤੁਹਾਡੇ ਕੋਲ ਆਪਸ਼ਨ ਆਏਗੀ 1 2 3, ਉਹਨਾਂ ਦੇ ਅੱਗੇ ਡਾਟਸ ਲੱਗੇ ਹੋਏ ਆ, ਬ੍ਰੈਕਟਸ ਲੱਗੀਆਂ ਹੋਈਆਂ ਹੈ, ਇਹ ਰੋਮਨ ਦੇ ਵਿੱਚ ਆ ਰਹੇ ਨੇ। ਇੱਕ ਕੈਪੀਟਲ ABC ਹੈ, ਸਮਾਲ ABC ਹੈ, ਸਮਾਲ ABC ਵਿਦ ਡਾਟਸ ਹੈ, ਰੋਮਨ ਨੰਬਰਸ ਆ। ਸਾਨੂੰ ਜਿਹੜੀ ਆਪਸ਼ਨ ਵੀ ਸਾਨੂੰ ਪਸੰਦ ਆ ਰਹੀ ਹੈ, ਫੋਰ ਐਗਜ਼ਾਮਪਲ ਮੈਨੂੰ ਇਹ ਪਸੰਦ ਆ ਰਹੀ ਹੈ, ਤਾਂ ਮੈਂ ਇੱਥੇ ਕੁਝ ਵੀ ਆਪਣਾ ਟੈਕਸਟ ਜਿਹੜਾ ਹੈ ਟਾਈਪ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ, ਹੁਣ ਮੈਂ ਇਹ ਟੈਨਸ਼ਨ ਨਹੀਂ ਲੈਣੀ ਕਿ ਜਿਸ ਟਾਈਮ ਤੇ ਮੈਂ ਨੈਕਸਟ ਲਾਈਨ ਦੇ ਉੱਤੇ ਜਾਊਂਗਾ ਤਾਂ ਮੈਂ ਨੰਬਰ 2 ਕਿਵੇਂ ਪਾਊਂਗਾ, ਕਿਉਂਕਿ ਜਦੋਂ ਹੀ ਤੁਸੀਂ ਆਪਣੇ ਕੀਬੋਰਡ ਤੋਂ ਐਂਟਰ ਪ੍ਰੈਸ ਕਰੋਗੇ 2 ਆਪਣੇ ਆਪ ਆ ਜਾਏਗਾ। ਠੀਕ ਹੈ, ਫਿਰ ਤੁਸੀਂ ਐਂਟਰ ਕਰੋਗੇ 3 ਆ ਜਾਏਗਾ। ਕਲੀਅਰ, ਐਂਟਰ ਕਰੋ 4 ਆ ਜਾਏਗਾ। ਇਹ ਟੈਕਸਟ ਤੁਹਾਡਾ ਲੰਬਾ ਚਲਾ ਜਾਏ ਕੋਈ ਦਿੱਕਤ ਨਹੀਂ ਹੈ, ਤੁਸੀਂ ਲਿਖਦੇ ਜਾਓ ਕੰਟੀਨਿਊਸਲੀ। ਹੁਣ ਮੈਨੂੰ ਇੰਨੀ ਗੱਲਾਂ ਤਾਂ ਲਿਖਣੀਆਂ ਆਉਂਦੀਆਂ ਨਹੀਂ। ਸੋ ਮੇਰਾ ਸੈਕਿੰਡ ਲਾਈਨ ਦੇ ਵਿੱਚ ਜਾ ਕੇ ਐਂਡ ਹੋ ਗਿਆ। ਜਦੋਂ ਹੀ ਐਂਡ ਹੋਇਆ ਮੈਂ ਐਂਟਰ ਪ੍ਰੈਸ ਕੀਤਾ, ਮੇਰੇ ਕੋਲ ਨੰਬਰ 5 ਆ ਗਿਆ। ਕਲੀਅਰ ਹੋ ਗਿਆ ਜੀ। ਫੋਰ ਐਗਜ਼ਾਮਪਲ ਮੈਨੂੰ ਇਹ ਸਾਰੇ ਨਹੀਂ ਸੀ ਚਾਹੀਦੇ, ਮੈਨੂੰ ਇਹ ਬੁਲੇਟ ਪੁਆਇੰਟਸ ਚਾਹੀਦੇ ਸੀਗੇ। ਹੁਣ ਬੁਲੇਟ ਪੁਆਇੰਟਸ ਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨਸ ਆ ਰਹੀਆਂ, ਤੁਹਾਨੂੰ ਇਹ ਪਸੰਦ ਆ ਰਿਹਾ, ਆਟੋਮੈਟਿਕਲੀ ਉਹ ਬਣ ਗਏ। ਜਿੱਥੇ ਨੰਬਰ 1 ਆਇਆ ਤੁਸੀਂ ਇੱਥੇ ਬੈਕ ਸਪੇਸ ਪ੍ਰੈਸ ਕਰੋ, ਉਹ ਚਲਾ ਗਿਆ। ਹੁਣ ਤੁਹਾਨੂੰ ਇਹਦੇ ਅੱਗੇ ਵੀ ਬੁਲੇਟ ਪੁਆਇੰਟ ਚਾਹੀਦਾ, ਤੁਸੀਂ ਵਾਪਸ ਇਸ ਲਾਈਨ ਦੇ ਵਿੱਚ ਆ ਜਾਓ। ਇਸ ਲਾਈਨ ਤੋਂ ਜਦੋਂ ਤੁਸੀਂ ਐਂਟਰ ਪ੍ਰੈਸ ਕਰੋਗੇ ਆਟੋਮੈਟਿਕਲੀ ਉਹ ਬੁਲੇਟ ਪੁਆਇੰਟ ਤੁਹਾਡੇ ਅੱਗੇ ਆ ਜਾਏਗਾ। ਕਲੀਅਰ ਹੈ ਜੀ। ਹੁਣ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ 1 2 3 ਦੇ ਵਿੱਚ ਆਪਸ਼ਨਸ ਆ ਜਾਂਦੀਆਂ। ਸਪੋਜ਼ 1 ਆਇਆ, 2 ਆਇਆ, ਲੇਕਿਨ 2 ਦੀ 2-3 ਆਪਸ਼ਨਾਂ ਫਰਦਰ ਸੀਗੀਆਂ, ਯਾਨੀ ਕਿ ਸਬ ਬੁਲੇਟਸ। ਤਾਂ ਸਾਡੇ ਕੋਲ ਇਹ ਵਾਲੀ ਆਪਸ਼ਨ ਵੀ ਹੈਗੀ ਹੈ ਕਿ ਬੁਲੇਟ ਦੇ ਅੱਗੇ A ਦੇ ਅੱਗੇ 1। ਠੀਕ ਹੈ, ਮੈਂ ਤੁਹਾਨੂੰ ਕਰਕੇ ਦਿਖਾਣਾ ਕਿ ਇਹ ਈਜ਼ੀ ਮੈਥਡ 'ਚ ਤੁਸੀਂ ਕਿਵੇਂ ਕਰੋਗੇ। ਸਪੋਜ਼ ਇਹੀ ਹੈ, ਮੈਂ ਇੱਥੇ ਕੀ ਕਰ ਰਿਹਾ ਕਿ ਮੈਂ ਸਭ ਤੋਂ ਪਹਿਲਾਂ ਸਿਲੈਕਸ਼ਨ ਮੈਂ ਕਰ ਲੈਣਾ 1 2 3 ਦੀ। ਠੀਕ ਹੈ ਜੀ, ਇਸ ਤੋਂ ਬਾਅਦ ਵਿੱਚ 2 ਆਇਆ। ਹੁਣ ਮੈਂ ਕਿਹਾ 2 ਦੀ ਮੇਰੇ ਕੋਲ 3 ਆਪਸ਼ਨਸ ਹੈ, ਤਾਂ ਮੈਂ ਇੱਥੇ ਐਂਟਰ ਪ੍ਰੈਸ ਕੀਤਾ, ਇੱਥੇ ਆ ਗਿਆ 3 ਤੋਂ ਬਾਅਦ ਵਿੱਚ ਤੁਸੀਂ ਕੀ ਕਰੋਗੇ, ਕੀਬੋਰਡ ਦੇ ਉੱਤੇ ਤੁਹਾਡੇ ਕੈਪਸ ਲੌਕ ਦੇ ਉੱਤੇ ਇੱਕ ਟੈਬ ਦਾ ਬਟਨ ਹੁੰਦਾ ਹੈ, ਤੁਸੀਂ ਟੈਬ ਦਾ ਬਟਨ ਕਲਿੱਕ ਕਰੋ, ਉਹਦੇ 'ਚ ਆਟੋਮੈਟਿਕਲੀ ਉਸਨੇ ਉਹਦੀ ਸਬ ਆਪਸ਼ਨ ਬਣਾ ਦਿੱਤੀ। ਐਂਟਰ ਕਰੋਗੇ ਉਹਦੀ B ਆ ਗਈ। ਮੈਂ ਕਿਹਾ ਸੀ 3 ਆਪਸ਼ਨਸ ਹੈ, ਸਾਡੇ ਕੋਲ C ਆ ਗਿਆ। ਹੁਣ ਮੈਂ ਵਾਪਸ 3 ਤੇ ਜਾਣਾ ਚਾਹੁੰਦਾ, ਲੇਕਿਨ ਜਦੋਂ ਮੈਂ ਐਂਟਰ ਕਰਦਾ ਮੇਰੇ ਕੋਲ ਆ ਗਿਆ D, ਕਿਉਂਕਿ ਉਹਦੀ ਤਾਂ ਆਪਸ਼ਨਸ ਵੱਧਦੀਆਂ ਜਾ ਰਹੀਆਂ। ਸੋ ਮੈਂ ਟੈਬ ਦੇ ਨਾਲ ਅੱਗੇ ਆਇਆ ਸੀਗਾ, ਮੈਂ ਸ਼ਿਫਟ ਔਰ ਟੈਬ ਦੇ ਨਾਲ ਪਿੱਛੇ ਜਾਵਾਂਗਾ। ਮੈਂ ਸ਼ਿਫਟ ਔਰ ਟੈਬ ਇਕੱਠਾ ਦਬਾਇਆ, ਵਾਪਸ ਮੈਂ 3 ਤੇ ਪਹੁੰਚ ਗਿਆ। ਇਹ ਮੇਰੀ 3rd ਆਪਸ਼ਨ ਵਾਪਸ ਸ਼ੁਰੂ ਹੋ ਗਈ। ਹੁਣ 3rd ਦੀਆਂ ਵਾਪਸ ਮੇਰੇ ਕੋਲ ABC ਆਪਸ਼ਨ ਹੈ ਜਾਂ ਮੇਰੇ ਕੋਲ 2 ਆਪਸ਼ਨਸ ਨੇ। ਮੈਂ ਹੁਣ 4 ਇੱਥੇ ਆ ਗਿਆ। ਹੁਣ ਮੈਂ ਇੱਥੇ ਟੈਬ ਪ੍ਰੈਸ ਕੀਤਾ ਤਾਂ ਉਹ A ਬਣ ਗਿਆ। ਹੁਣ ਇੱਥੇ ਹੀ ਤੁਸੀਂ ਜੇ ਸ਼ਿਫਟ ਟੈਬ ਦਬਾ ਦਿੱਤਾ, ਮੋਸਟਲੀ ਬੱਚੇ ਗਲਤੀ ਕਿੱਥੇ ਕਰਦੇ ਆ, ਇੱਥੇ ਕਿ ਮੇਰੀ ਹੁਣ ਆਪਸ਼ਨ ਹੋ ਗਈ, ਹੁਣ ਮੈਂ 4 ਤੇ ਜਾਣਾ ਹੈ। ਲੇਕਿਨ ਜੇ 4 ਤੇ ਜਾਣਾ ਹੈ, ਪਹਿਲਾਂ ਉੱਥੇ C ਲਿਆਓ, ਕਿਉਂਕਿ ਇਹ ਜਿਹੜਾ C ਲੈ ਕੇ ਆਓਗੇ ਇਸ ਤੋਂ ਵਾਪਸ ਜਾਏਗਾ ਉਹ 4 ਤੇ। ਸ਼ਿਫਟ ਔਰ ਟੈਬ, ਤੁਹਾਡੇ ਕੋਲ 4 ਆ ਗਿਆ। ਸੋ ਬੇਸਿਕਲੀ ਇਹ ਬੁਲੇਟਸ
ਔਰ ਨੰਬਰਿੰਗ ਦਾ ਕੰਮ ਹੈ। ਕਿਉਂਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਸ ਟਾਈਮ ਤੇ ਅਸੀਂ ਵਰਡ ਪ੍ਰੋਸੈਸਿੰਗ ਤੇ ਕੰਮ ਕਰਦੇ ਹਾਂ, ਜਦੋਂ ਅਸੀਂ ਕੋਈ ਚੀਜ਼ਾਂ ਨੂੰ ਲਿਖਦੇ ਹਾਂ, ਚਾਹੇ ਉਹ ਲੈਟਰ ਹੈ, ਚਾਹੇ ਕੁਝ ਵੀ ਹੈ, ਉਹਦੇ ਵਿੱਚ ਇਹ ਸਭ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਯੂਜ਼ ਹੁੰਦੀਆਂ ਕਿਸੇ ਨਾ ਕਿਸੇ ਟਾਈਮ ਦੇ ਉੱਤੇ। ਠੀਕ ਹੈ, ਸੋ ਸਾਨੂੰ ਲਿਸਟ ਦੀ ਲੋੜ ਪੈ ਸਕਦੀ ਹੈ, ਸਾਨੂੰ ਉਹਦੀ ਫਾਰਮੈਟਿੰਗ ਦੀ ਲੋੜ ਪੈ ਸਕਦੀ ਹੈ, ਕਿਸੇ ਅਕਸ਼ਰ ਨੂੰ ਵੱਡਾ ਕਿਸੇ ਨੂੰ ਛੋਟਾ ਕਰਨ ਦੀ ਲੋੜ ਪੈ ਸਕਦੀ ਹੈ, ਹਾਈਲਾਈਟਿੰਗ ਦੀ ਜ਼ਰੂਰਤ ਪੈ ਸਕਦੀ ਹੈ। ਸੋ ਇੱਥੇ ਕੁਝ ਥੀਮਸ ਵੀ ਸਾਡੇ ਸਾਹਮਣੇ ਬਣੀਆਂ ਹੋਈਆਂ। ਜੇ ਮੈਂ ਇਸ ਥੀਮ ਨੂੰ ਚੂਜ਼ ਕਰਾਂ, ਉਹਦੇ ਵਿੱਚ ਅਲੱਗ ਸਿਸਟਮ ਹੈ, ਅਲੱਗ ਆਪਸ਼ਨਸ ਨਜ਼ਰ ਆਉਣਗੀਆਂ। ਇਹਨਾਂ ਨੂੰ ਤੁਸੀਂ ਪਹਿਲਾਂ ਸਿਲੈਕਸ਼ਨ ਕਰੋਗੇ, ਕਿਉਂਕਿ ਇਹ ਸਾਰਾ ਕੰਮ ਜਿਹੜਾ ਸਿਲੈਕਸ਼ਨ ਬੇਸਡ ਹੈ। ਦੇਖ ਰਹੇ ਹੋ, ਇਹਨੇ ਚੇਂਜ ਕਰ ਦਿੱਤਾ ਇਹਨੂੰ। ਉਹਦੇ 'ਚ ਕਲਰ ਕੰਬੀਨੇਸ਼ਨ ਕੋਈ ਹੋਰ ਸੀਗਾ, ਮੈਂ ਵਾਪਸ ਸਿਲੈਕਸ਼ਨ ਕਰ ਲੈਣਾ, ਇਹ ਆਪਸ਼ਨ ਆ ਗਈ, ਇਹ ਚੇਂਜ ਹੋ ਗਿਆ, ਇਸ ਤਰੀਕੇ ਨਾਲ ਚੇਂਜ ਹੋ ਗਿਆ। ਸੋ ਇਹ ਕੁਝ ਇਨਬਿਲਟ ਆਪਸ਼ਨਸ ਹੈ ਜਿਹੜੀਆਂ ਸਾਡੇ ਕੋਲ ਬਣੀਆਂ ਬਣਾਈਆਂ ਆ ਰਹੀਆਂ, ਔਰ ਅਸੀਂ ਉਹਨਾਂ ਨੂੰ ਫਟਾਫਟ ਯੂਜ਼ ਕਰ ਸਕਦੇ ਹਾਂ। ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਇੰਪਰੂਵ ਹੁੰਦੀ ਹੈ, ਜਿਵੇਂ ਜਿਵੇਂ ਲੋਕਾਂ ਦੀ ਜ਼ਰੂਰਤਾਂ ਦੇ ਬਾਰੇ ਪਤਾ ਚੱਲਦਾ ਹੈ, ਤਾਂ ਮਾਈਕਰੋਸਾਫਟ ਨੇ ਵੀ ਸਾਡੇ ਵਾਸਤੇ ਬਹੁਤ ਸਾਰੇ ਸ਼ਾਰਟਕਟਸ ਕ੍ਰੀਏਟ ਕੀਤੇ, ਔਰ ਉਹ ਸਾਨੂੰ ਸ਼ਾਰਟਕਟਸ ਇੱਥੇ ਹੀ ਉਹਨਾਂ ਨੇ ਇੰਪਲੀਮੈਂਟ ਕਰਵਾ ਦਿੱਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਫੋਰ ਐਗਜ਼ਾਮਪਲ ਮੈਂ ਇੱਥੇ ਇਸ ਲਾਈਨ ਨੂੰ ਕਾਪੀ ਕਰ ਦੇਣਾ ਜ਼ਰਾ। ਇਹ ਮੇਰੇ ਕੋਲ ਇੱਕ 3 ਲਾਈਨਰ ਸੀਗਾ, ਮੈਂ ਇਹਨੂੰ ਕਾਪੀ ਕੀਤਾ ਔਰ ਮੈਂ ਇਹਨੂੰ ਪੇਸਟ ਕਰ ਦਿੱਤਾ। ਤਕਰੀਬਨ ਸਾਡੇ ਕੋਲ ਇੰਨਾ ਵੱਡਾ ਇੱਕ ਡਾਕੂਮੈਂਟ ਬਣ ਗਿਆ। ਹੁਣ ਇਹ ਸਾਰਾ ਕਿਉਂਕਿ ਕਾਪੀ ਪੇਸਟ ਹੈ, ਤਾਂ ਲੁੱਕ ਆਫ ਯੋਰ ਡਾਕੂਮੈਂਟ ਇਹ ਬਾਰ-ਬਾਰ ਆ ਰਿਹਾ। ਸੋ ਆਈ ਵਿਲ ਟਾਰਗੇਟ ਦਿਸ ਡਾਕੂਮੈਂਟ। ਮੈਂ ਸੋਚ ਰਿਹਾ ਕਿ ਜਿੱਥੇ ਜਿੱਥੇ ਵੀ ਮੇਰੇ ਇਸ ਪੇਜ ਦੇ ਵਿੱਚ, ਯਾਨੀ ਕਿ ਮੇਰੀ ਇਸ ਫਾਈਲ ਦੇ ਵਿੱਚ ਜਿੱਥੇ ਜਿੱਥੇ ਵੀ ਡਾਕੂਮੈਂਟ ਵਰਡ ਆ ਰਿਹਾ ਹੈ, ਉਹਨੂੰ ਕਨਵਰਟ ਕਰਕੇ ਮੈਂ ਉਹਨੂੰ ਸ਼ੀਟ ਦਾ ਨਾਮ ਦੇ ਦਾਂ। ਸੋ ਇਟ ਇਜ਼ ਵੈਰੀ ਡਿਫਿਕਲਟ ਕਿ ਮੈਂ ਸਭ ਤੋਂ ਪਹਿਲਾਂ ਇਹਨੂੰ ਲੱਭਣਾ ਸ਼ੁਰੂ ਕਰਾਂ ਵੀ ਕਿੱਥੇ ਕਿੱਥੇ ਡਾਕੂਮੈਂਟ ਆਇਆ, ਫਿਰ ਮੈਂ ਇਹਨੂੰ ਸ਼ੀਟ ਦੇ ਵਿੱਚ ਕਨਵਰਟ ਕਰਾਂ। ਔਰ ਕਿਉਂਕਿ ਪੇਜ ਦੀ ਲੈਂਥ ਵੱਡੀ ਵੀ ਹੋ ਸਕਦੀ ਹੈ, ਬਹੁਤ ਜ਼ਿਆਦਾ ਪੇजेस ਵੀ ਉਹਦੇ ਵਿੱਚ ਯੂਜ਼ ਹੋ ਸਕਦੇ ਆ, ਸੋ ਇਹ ਤਾਂ ਤਕਲੀਫ ਦੇ ਕੰਮ ਹੋ ਜਾਏਗਾ। ਠੀਕ ਹੈ, ਸੋ ਸਾਡੇ ਕੋਲ ਆਪਸ਼ਨ ਹੈਗੀ ਹੈ ਫਾਈਂਡ ਐਂਡ ਰਿਪਲੇਸ। ਜੇ ਤੁਸੀਂ ਇਸ ਕੋਨੇ ਦੇ ਉੱਤੇ ਦੇਖੋ, ਤੁਹਾਡੇ ਕੋਲ ਫਾਈਂਡ, ਰਿਪਲੇਸ ਔਰ ਸਿਲੈਕਟ ਦੀ ਆਪਸ਼ਨ ਆ ਰਹੀ ਹੈ। ਤੁਸੀਂ ਫਾਈਂਡ ਦੇ ਉੱਤੇ ਕਲਿੱਕ ਕਰਨਾ ਹੈ। ਫਾਈਂਡ ਦੇ ਵਿੱਚ ਫਾਈਂਡ, ਰਿਪਲੇਸ ਐਂਡ ਗੋ ਟੂ 3 ਆਪਸ਼ਨ ਸਾਡੇ ਕੋਲ ਆ ਰਹੀਆਂ। ਫਾਈਂਡ ਵਾਟ, ਆਈ ਸੈਡ ਡਾਕੂਮੈਂਟ। ਠੀਕ ਹੈ ਜੀ। ਸੋ ਉਹਨੇ ਆਪਸ਼ਨਸ ਵੀ ਦੇਤੀਆਂ ਮੈਨੂੰ ਕਿ ਕੀ ਹੋਰ ਤੁਸੀਂ ਲੱਭਣਾ ਚਾਹੁੰਦੇ ਹੋ। ਮੈਂ ਰਿਪਲੇਸ ਦੇ ਵਿੱਚ ਚਲਾ ਗਿਆ। ਜਦੋਂ ਤੁਸੀਂ ਵੈਸੇ ਫਾਈਂਡ ਦੇ ਵਿੱਚ ਗਏ ਸੀ, ਉਹਨੇ ਡਾਕੂਮੈਂਟ ਨੂੰ ਸਿਲੈਕਸ਼ਨ ਕਰ ਲਿੱਤਾ ਸੀਗਾ। ਮੈਂ ਇੱਕ ਕੰਮ ਹੋਰ ਕਰ ਦੇਣਾ, ਕਿਉਂਕਿ ਮੈਂ ਡਾਕੂਮੈਂਟ ਨੂੰ ਪਹਿਲੇ ਹੀ ਸਿਲੈਕਟ ਕੀਤਾ ਸੀ। ਮੈਂ ਇਹਨੂੰ ਕਰਸਰ ਨੂੰ ਇੱਥੇ ਰੱਖ ਦੇਣਾ, ਮੈਂ ਵਾਪਸ ਜਾਣਾ। ਫਿਰ ਹੁਣ ਮੈਂ ਡਾਕੂਮੈਂਟ ਲਿਖਦਾ। ਠੀਕ ਹੈ ਜੀ। ਮੈਂ ਜਿਵੇਂ ਇੱਥੇ ਫਾਈਂਡ ਤੇ ਕਲਿੱਕ ਕਰਦਾ, ਸਭ ਤੋਂ ਪਹਿਲਾਂ ਉਹਨੇ ਮੇਰੇ ਕੋਲ ਇਹ ਫਾਈਂਡ ਆਊਟ ਕਰ ਲਿੱਤਾ। ਲੇਕਿਨ ਮੈਂ ਕਹਿੰਦਾ ਮੈਂ ਰਿਪਲੇਸ ਕਰਨੇ ਹੈ, ਰਿਪਲੇਸ ਵਿਦ ਸ਼ੀਟ। ਠੀਕ ਹੈ ਜੀ। ਹੁਣ ਜੇ ਮੈਂ ਇੱਕ ਨੂੰ ਰਿਪਲੇਸ ਕੀਤਾ, ਉਹਨੇ ਇਹ ਦੇਖੋ ਇੱਥੇ ਡਾਕੂਮੈਂਟ ਸੀਗਾ, ਇੱਥੇ ਸ਼ੀਟ ਬਣ ਚੁੱਕਿਆ ਹੈ, ਔਰ ਉਹਨੇ ਨੈਕਸਟ ਸਰਚ ਜਿਹੜੀ ਮੇਰੀ ਕਰ ਦਿੱਤੀ। ਮੈਂ ਇੱਥੇ ਵੀ ਰਿਪਲੇਸ ਕੀਤਾ ਤਾਂ ਉਹਨੇ ਇਸ ਨੂੰ ਵੀ ਸ਼ੀਟ ਦੇ ਵਿੱਚ ਕਨਵਰਟ ਕਰ ਦਿੱਤਾ, ਉਹ ਨੈਕਸਟ ਤੇ ਪਹੁੰਚ ਗਿਆ। ਹੁਣ ਇੱਥੇ ਫਿਰ ਡਾਕੂਮੈਂਟ ਉਹਨੂੰ ਨਜ਼ਰ ਆ ਰਿਹਾ। ਪਰ ਜੇ ਮੈਂ ਇੱਕੋ ਹੀ ਇੰਸਟੈਂਸ ਦੇ ਵਿੱਚ ਰਿਪਲੇਸ ਆਲ ਕਰਦਾ, ਉਹਨੇ ਸਾਰੇ ਦੇ ਸਾਰੇ ਜਿੱਥੇ ਜਿੱਥੇ ਸ਼ੀਟ ਸੀ, ਉੱਥੇ ਉੱਥੇ ਆਪਣਾ ਡਾਕੂਮੈਂਟ ਸੀ, ਉੱਥੇ ਉਹਨੇ ਸ਼ੀਟਸ ਦੇ ਵਿੱਚ ਕਨਵਰਟ ਕਰ ਦਿੱਤਾ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਆਪਸ਼ਨ, ਔਰ ਇਹ ਸਾਨੂੰ ਬਹੁਤ ਵਾਰੀ ਕੰਮ ਆਉਂਦੀ ਹੈ। ਠੀਕ ਹੈ, ਤੁਹਾਡੇ ਕੋਲ ਕੋਈ ਡਾਕੂਮੈਂਟ ਬਣਿਆ ਪਿਆ ਹੈ, ਉਹ ਤੁਹਾਡੇ ਬ੍ਰਦਰ ਦੇ ਨਾਂ ਦਾ ਹੈ, ਤੁਹਾਡੀ ਸਿਸਟਰ ਦੇ ਨਾਂ ਦਾ ਹੈ, ਤੁਹਾਡੇ ਮਦਰ ਦੇ ਨਾਂ ਦਾ ਕੋਈ ਡਾਕੂਮੈਂਟ ਬਣਿਆ ਹੈ। ਸੇਮ ਡਾਕੂਮੈਂਟ ਜਿਹੜਾ ਉਹ ਤੁਹਾਨੂੰ ਵੀ ਰਿਕੁਆਇਰਡ ਹੈ, ਬਾਕੀ ਸਾਰਾ ਟੈਕਸਟ ਸੇਮ ਹੈ, ਸਿਰਫ ਨਾਮ ਹੀ ਬਦਲਣ ਦੀ ਜ਼ਰੂਰਤ ਹੈ। ਤੁਸੀਂ ਉੱਥੇ ਜਾ ਕੇ ਫਾਈਂਡ ਐਂਡ ਰਿਪਲੇਸ, ਜਿੱਥੇ ਉਹ ਨਾਮ ਪਾ ਦਿਓ, ਆਪਣਾ ਨਾਮ ਰਿਪਲੇਸਮੈਂਟ ਦੇ ਵਿੱਚ ਪਾ ਦਿਓ। ਆਟੋਮੈਟਿਕਲੀ 1 ਸੈਕਿੰਡ ਦੇ ਅੰਦਰ ਅੰਦਰ ਤੁਹਾਡਾ ਜਿੰਨਾ ਮਰਜ਼ੀ ਵੱਡਾ ਡਾਕੂਮੈਂਟ ਹੈ, ਸਭ ਚੇਂਜ ਹੋ ਕੇ ਤੁਹਾਡੇ ਸਾਹਮਣੇ ਆ ਜਾਏਗਾ। ਠੀਕ ਹੈ ਜੀ। ਸੋ ਦਿਸ ਵਾਜ਼ ਦ ਬੇਸਿਕ ਵਰਕ दैट वी डू ऑन माइक्रोसॉफ्ट वर्ड। ठीक है,
ਇਹਨਾਂ ਨੇ ਅਲੱਗ-ਅਲੱਗ ਟੈਬਸ ਬਣਾ ਕੇ ਸਾਡੇ ਸਾਹਮਣੇ ਪਲੇਸ ਕੀਤੀਆਂ ਹੈ। ਦਿਸ ਇਜ਼ ਮਾਈਕਰੋਸਾਫਟ ਵਰਡ 2007। ਅੱਜ ਦੀ ਡੇਟ ਦੇ ਵਿੱਚ ਆਫਿਸ 365 ਵੀ ਆ ਚੁੱਕਿਆ ਹੈ, ਠੀਕ ਹੈ। ਸੋ ਉਹੀ ਕਹਿ ਲਓ ਕਿ ਜੇ ਤੁਹਾਨੂੰ ਬੇਸਿਕ ਮਾਰੂਤੀ ਚਲਾਣੀ ਆ ਗਈ ਤਾਂ ਬਾਕੀ ਸਾਰੀ ਗੱਡੀਆਂ ਤੁਸੀਂ ਚਲਾ ਹੀ ਲਓਗੇ। ਸੋ ਦਿਸ ਇਜ਼ ਦ ਬੇਸ ਥਿੰਗ, ਠੀਕ ਹੈ। ਔਰ ਮੈਂ ਇੰਨੇ ਸਾਲਾਂ ਤੋਂ ਜਦੋਂ ਪੜ੍ਹਾਉਂਦਾ ਆ ਰਿਹਾ, ਮੈਂ ਦੇਖ ਰਿਹਾ ਇਸ ਟਾਈਮ ਦੇ ਉੱਤੇ ਵੀ 60 ਤੋਂ 70% ਜਨਤਾ ਮਾਈਕਰੋਸਾਫਟ ਵਰਡ 2007 ਦੇ ਉੱਤੇ ਕੰਮ ਕਰਦੀ ਹੈ, ਠੀਕ ਹੈ ਜੀ। ਅੱਗੇ ਹੁਣ ਸਾਡੇ ਕੋਲ ਆਪਸ਼ਨ ਆਉਂਦੀ ਹੈ ਕਿ ਮੈਂ ਇਹਦੇ 'ਚ ਕੁਝ ਇਨਸਰਸ਼ਨ ਕਰਨਾ ਚਾਹੁੰਦਾ, ਮੈਂ ਇਹਦੇ 'ਚ ਕੋਈ ਪਿਕਚਰਸ ਲੈ ਕੇ ਆਉਣਾ ਚਾਹੁੰਦਾ, ਮੈਂ ਇਹਨੂੰ ਕੋਈ ਟੈਬੂਲਰ ਫਾਰਮ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਨੂੰ ਹਟਾ ਦਿੰਦੇ ਹਾਂ, ਠੀਕ ਹੈ। ਅੱਛਾ, ਹਾਲੇ ਹੋਰ ਵੀ ਹੈ ਸੀ। ਮੈਂ ਫੌਂਟ ਸਾਈਜ਼ ਵੀ ਨॉर्मल ਕਰ ਦਿੰਦਾ ਹਾਂ 12, ਠੀਕ ਹੈ ਜੀ। ਹੁਣ ਮੈਂ ਇਸ ਤੇ ਜੋ ਵੀ ਲਿਖਾਂਗਾ ਉਹ ਸਾਰਾ ਮੇਰੇ ਕੋਲ 12 ਦੇ ਫੌਂਟ ਦੇ ਅੰਦਰ ਆਉਂਦਾ ਰਹੇਗਾ। ਲੇਕਿਨ ਆਪਾਂ ਇਨਸਰਟ ਦੀ ਟੈਬ ਦੇ ਵਿੱਚ ਚਲੇ ਜਾਈਏ ਤਾਂ ਉੱਥੇ ਸਾਡੇ ਕੋਲ ਸਾਨੂੰ ਕੁਝ ਆਪਸ਼ਨਸ ਨਜ਼ਰ ਆ ਰਹੀਆਂ ਨੇ। ਤੁਸੀਂ ਆਪਣੇ ਕੰਪਿਊਟਰ ਤੋਂ ਕੋਈ ਪਿਕਚਰ ਲੈ ਕੇ ਆਉਣਾ ਚਾਹੁੰਦੇ ਹੋ, ਇੱਥੇ ਇਨਸਰਟ ਪਿਕਚਰ ਦੀ ਆਪਸ਼ਨ ਤੁਹਾਡੇ ਸਾਹਮਣੇ ਆ ਰਹੀ ਹੈ, ਠੀਕ ਹੈ ਜੀ। ਇਹਦੇ ਵਿੱਚ ਅਸੀਂ ਕੋਈ ਵੀ ਪਿਕਚਰ ਜਿਹੜੀ ਹੈ ਆਪਣੇ ਡਾਊਨਲੋਡਸ ਦੇ ਵਿੱਚੋਂ ਜਾਂ ਸੇਵਡ ਪਿਕਚਰਸ ਦੇ ਵਿੱਚੋਂ ਦੀ ਅਸੀਂ ਕਿਤੋਂ ਵੀ ਪਿਕਚਰ, ਇੱਥੇ ਤੁਹਾਡੇ ਕੋਲ ਪਿਕਚਰ ਸੇਵਡ ਹੈਗੀ ਹੈ, ਉਸ ਪਿਕਚਰ ਨੂੰ ਤੁਸੀਂ ਕਲਿੱਕ ਕਰੋਗੇ ਤੁਹਾਡੀ ਪਿਕਚਰ ਉੱਥੇ ਸਾਹਮਣੇ ਆ ਜਾਏਗੀ। ਜਿਵੇਂ ਕਿ ਮੈਂ ਹੁਣ ਲਾਸਟ ਤੁਹਾਨੂੰ ਦਿਖਾ ਦਿੰਦਾ, ਸਾਡੇ ਕੋਲ ਇੱਕ ਪਿਕਚਰ ਆ ਰਹੀ ਹੈ, ਅਸੀਂ ਇਹਨੂੰ ਇਨਸਰਟ ਕਰਨਾ ਚਾਹੁੰਦੇ ਹਾਂ, ਉਹ ਪਿਕਚਰ ਸਾਡੇ ਸਾਹਮਣੇ ਆ ਗਈ, ਠੀਕ ਹੈ। ਇਸ ਪਿਕਚਰ ਦੇ ਉੱਤੇ ਮੈਂ ਅਲੱਗ-ਅਲੱਗ ਤਰੀਕੇ ਦੇ ਕੰਮ ਕਰ ਸਕਦਾ, ਠੀਕ ਹੈ। ਮੈਨੂੰ ਹੁਣ ਇੱਥੇ ਮਾਊਸ ਯੂਜ਼ ਕਰਨਾ ਪਏਗਾ ਕਿਉਂਕਿ ਇਹ ਸਾਰਾ ਜਿਹੜਾ ਕੰਮ ਹੈ ਹੁਣ ਮਾਊਸ ਦਾ ਹੈ। ਤੁਸੀਂ ਦੇਖ ਰਹੇ ਹੋ ਪਿਕਚਰ ਦੇ ਚਾਰੋਂ ਪਾਸੇ, ਚਾਰੋਂ ਕੋਨਿਆਂ ਦੇ ਉੱਤੇ ਛੋਟੇ-ਛੋਟੇ ਡਾਟਸ ਆ ਰਹੇ ਨੇ। ਉਹ ਡਾਟਸ ਕੀ ਕੰਮ ਕਰਦੇ ਹੈ, ਨਾਓ ਲੈਟਸ ਸੀ। ਮੈਂ ਮਾਊਸ ਦਾ ਕਰਸਰ ਇੱਥੇ ਲੈ ਕੇ ਜਾਣਾ, ਦੇਖੋ ਦੋਨੋਂ ਪਾਸੇ ਦਾ ਐਰੋ ਬਣ ਗਿਆ। ਮੈਂ ਇਹਨੂੰ ਖਿੱਚ ਕੇ ਵੱਡਾ ਕਰਨਾ ਚਾਹੁੰਦਾ, ਇਹ ਪਿਕਚਰ ਵੱਡੀ ਹੋ ਗਈ। ਮੈਂ ਇਹਨੂੰ ਖਿੱਚ ਕੇ ਛੋਟਾ ਕਰਨਾ ਚਾਹੁੰਦਾ, ਇਹ ਪਿਕਚਰ ਛੋਟੀ ਹੋ ਗਈ। ਕਲੀਅਰ ਹੈ। ਮੈਂ ਇਹਨੂੰ ਇੱਕ ਪਾਸੇ ਨੂੰ ਸਟ੍ਰੈਚ ਕਰਨਾ ਚਾਹੁੰਦਾ, ਇਹ ਪਿਕਚਰ ਸਟ੍ਰੈਚ ਹੋ ਗਈ। ਵਾਪਸ ਲੈ ਕੇ ਆਉਣਾ, ਵਾਪਸ ਪਹੁੰਚ ਗਈ। ਸੋ ਪਿਕਚਰ ਦੇ ਉੱਤੇ ਵੀ ਜਿਵੇਂ ਤੁਸੀਂ ਪਿਕਚਰ ਦੇ ਉੱਤੇ ਕਲਿੱਕ ਕੀਤਾ ਹੈ, ਪਿਕਚਰ ਦੀ ਕਈ ਸਾਰੀ ਆਪਸ਼ਨਸ ਤੁਸੀਂ ਦੇਖੋਗੇ ਸਾਡੇ ਸਾਹਮਣੇ ਖੁੱਲ ਗਈਆਂ, ਠੀਕ ਹੈ। ਤੁਹਾਡੇ ਸਾਹਮਣੇ ਕੁਝ ਪਿਕਚਰ ਦੇ ਸਟਾਈਲਸ ਆ ਰਹੇ ਨੇ, ਤੁਸੀਂ ਜਿਹੜਾ ਸਟਾਈਲ ਚੂਜ਼ ਕਰਨਾ ਚਾਹੁੰਦੇ ਹੋ ਉਹ ਸਟਾਈਲ ਤੁਹਾਡੇ ਸਾਹਮਣੇ ਆ ਜਾਏਗਾ। ਦੇਖ ਰਹੇ ਹੋ ਜੀ, ਫੋਟੋ ਫਰੇਮ ਦੇ ਵਿੱਚ ਆ ਗਈ, ਗੋਲ ਕਰ ਲਓ, ਠੀਕ ਹੈ। ਸੋ ਇਹਨੂੰ ਤੁਸੀਂ ਕਲਿੱਕ ਕਰੋਗੇ, ਵੱਖਰੇ ਸਟਾਈਲ ਤੁਹਾਡੇ ਸਾਹਮਣੇ ਆ ਗਏ। ਤੁਸੀਂ ਜਿਸ ਤਰੀਕੇ ਦੇ ਨਾਲ ਚਾਹੋ ਤੁਸੀਂ ਮਾਈਕਰੋਸਾਫਟ ਵਰਡ ਦੇ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਇਸਤੇਮਾਲ ਕਰ ਸਕਦੇ ਹੋ। ਇਟ ਇਜ਼ ਆਲ ਯੋਰ ਚੋਇਸ ਕਿ ਤੁਹਾਨੂੰ ਕਿਵੇਂ ਉਹ ਪਸੰਦ ਆ ਰਿਹਾ, ਤੁਹਾਨੂੰ 3D ਦੇ ਵਿੱਚ ਵੀ ਨਜ਼ਰ ਆ ਰਹੀ ਹੈ, ਠੀਕ ਹੈ। ਸੋ ਆਈ ਹੋਪ ਕਿ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਈਜ਼ੀਲੀ ਕੰਮ ਕਰ ਸਕੋਗੇ। ਇਨਸਰਟ ਦੇ ਵਿੱਚ ਹੀ ਬਹੁਤ ਇੰਪੋਰਟੈਂਟ ਸਾਡੇ ਕੋਲ ਚੀਜ਼ ਹੈ ਟੇਬਲ। ਪਰ ਆਪਾਂ ਟੇਬਲ ਤੇ ਆਉਣ ਤੋਂ ਪਹਿਲਾਂ ਬਾਕੀ ਵੀ ਦੇਖ ਲਈਏ। ਕਲਿੱਪ ਆਰਟ ਵੀ ਇੱਕ ਚੀਜ਼ ਹੁੰਦੀ ਹੈ। ਜਦੋਂ ਅਸੀਂ ਕਲਿੱਪ ਆਰਟ ਦੇ ਉੱਤੇ ਜਾਂਦੇ ਹਾਂ ਤਾਂ ਸਾਨੂੰ ਜਰਾ ਆਨਲਾਈਨ ਜਾਣਾ ਪਏਗਾ। ਕਲਿੱਪ ਆਰਟ ਦੇ ਵਿੱਚ ਛੋਟੀ ਕਲਿੱਪਸ ਹੁੰਦੀਆਂ ਜਿਹੜੇ ਕਿ ਕਾਰਟੂਨ ਕਲਿੱਪਸ ਹੈ, ਉਹ ਸਾਨੂੰ ਜਿਹੜੀਆਂ ਹੈ ਆਫਿਸ ਆਨਲਾਈਨ ਤੋਂ ਅਵੇਲੇਬਲ ਹੋ ਜਾਣਗੀਆਂ। ਬਟ ਆਈ ਥਿੰਕ ਮੈਨੂੰ ਇਸ ਤੇ ਅਪਗ੍ਰੇਡ ਕਰਾਉਣਾ ਪਏਗਾ, ਹਾਲੇ ਇਹ ਪੋਸੀਬਲ ਨਹੀਂ ਹੋ ਰਿਹਾ। ਤੁਹਾਡੇ ਕੋਲ ਜੇ ਕਲਿੱਪ ਆਰਟ ਹੈ ਆਪਸ਼ਨ ਤਾਂ ਤੁਸੀਂ ਉਹਨਾਂ ਚੋਂ ਸਿਲੈਕਟ ਕਰੋਗੇ। ਮੈਂ ਇੱਕ ਮਿੰਟ ਆਰਗੇਨਾਈਜ਼ ਕਲਿੱਪਸ ਦੇ ਉੱਤੇ ਇੱਕ ਵਾਰ ਦੇਖ ਲੈਣਾ। ਅਨਕਲਾਸੀਫਾਈਡ ਆਫਿਸ ਕਲੈਕਸ਼ਨ ਦੇ ਉੱਤੇ ਚਲੇ ਜਾਓ। ਆਹ ਦੇਖੋ ਜੀ, ਛੋਟੀ ਤੁਹਾਡੇ ਕੋਲ ਇਹ ਕਲਿੱਪਸ ਆ ਗਈਆਂ। ਇਹ ਕਲਿੱਪਸ ਜਿਹੜੀਆਂ ਹੈ ਆਨਲਾਈਨ ਮਾਈਕਰੋਸਾਫਟ ਆਫਿਸ ਤੇ ਵੀ ਅਵੇਲੇਬਲ ਹੁੰਦੀਆਂ। ਤੁਸੀਂ ਆਨਲਾਈਨ ਹੋ ਕੇ ਉਹਨਾਂ ਕਲਿੱਪਸ ਨੂੰ ਤੁਸੀਂ ਕੱਢ ਸਕਦੇ ਹੋ। ਜਿਹੜੀਆਂ ਬੇਸਿਕ ਕਲਿੱਪਸ ਹੈਗੀਆਂ ਉਹਨਾਂ ਨੇ ਸਾਨੂੰ ਦਿੱਤੀਆਂ ਹੋਈਆਂ, ਅਸੀਂ ਇਹਨੂੰ ਕਲਿੱਕ ਕੀਤਾ ਔਰ ਅਸੀਂ ਇਹਨੂੰ ਕਾਪੀ ਕਰ ਲਾਂਗੇ। ਇਹਨੂੰ ਬੰਦ ਕਰੋ ਔਰ ਇੱਥੇ ਅਸੀਂ ਉਹਨੂੰ ਪੇਸਟ ਕਰ ਸਕਦੇ ਹਾਂ। Ctrl+V ਯੂਜ਼ ਕਰੋ ਤਾਂ ਤੁਹਾਡੇ ਸਾਹਮਣੇ ਇੱਕ ਕਲਿੱਪ ਆ ਗਈ, ਠੀਕ ਹੈ ਜੀ। ਇਸ ਕਲਿੱਪ ਨੂੰ ਵੀ ਤੁਸੀਂ ਮਾਊਸ ਦੀ ਹੈਲਪ ਦੇ ਨਾਲ ਇਹਨੂੰ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ। ਸੋ ਅਸੀਂ ਕਿਤੇ ਕੋਈ ਡਾਕੂਮੈਂਟ ਬਣਾ ਰਹੇ ਹਾਂ, ਉਹਦੇ ਵਿੱਚ ਸਾਨੂੰ ਕਿਤੇ ਕੰਪਿਊਟਰ ਦਾ ਆਪਣਾ ਦਿਖਾਉਣ ਦੀ ਲੋੜ ਹੈ, ਜਾਂ ਤੁਸੀਂ ਕਿਤੇ ਆਈਫਲ ਟਾਵਰ ਦੇ ਬਾਰੇ ਗੱਲ ਕਰ ਰਹੇ ਹੋ, ਉਹਦੀ ਕਲਿੱਪ ਦੀ ਲੋੜ ਹੈ, ਤੁਸੀਂ ਉੱਥੇ ਬੈਠ ਕੇ ਡਰਾਇੰਗ ਤਾਂ ਕਰ ਨਹੀਂ ਸਕਦੇ। ਸੋ ਦਿਸ ਫੀਚਰ ਇਜ਼ ਆਲਸੋ ਅਵੇਲੇਬਲ ਵਿਦ ਅਸ। ਇਸੇ ਤਰ੍ਹਾਂ ਹੀ ਸ਼ੇਪਸ ਨੇ,
ਤੁਸੀਂ ਦੇਖ ਰਹੇ ਹੋ ਨੰਬਰ ਆਫ ਸ਼ੇਪ ਸਾਡੇ ਵਾਸਤੇ ਅਵੇਲੇਬਲ ਹੈ। ਜਿਹੜੀ ਮਰਜ਼ੀ ਸ਼ੇਪ ਤੁਹਾਨੂੰ ਪਸੰਦ ਆ ਰਹੀ ਹੈ ਉਸ ਸ਼ੇਪ ਦੇ ਉੱਤੇ ਤੁਸੀਂ ਕੁਝ ਨਹੀਂ ਕਰਨਾ, ਸਿਰਫ ਇੱਕ ਕਲਿੱਕ ਕਰ ਦਿਓ। ਫੋਰ ਐਗਜ਼ਾਮਪਲ ਇਹ ਸਮਾਈਲੀ ਮੈਨੂੰ ਪਸੰਦ ਆ ਰਹੀ ਹੈ, ਸਮਾਈਲੀ ਨੂੰ ਡਰੈਗ ਕਰਨਾ ਪੈਣਾ ਹੈ ਕਿਉਂਕਿ ਉੱਥੇ ਸਿਲੈਕਸ਼ਨ ਕਰ ਲਿੱਤੀ, ਇੱਥੇ ਪਲੱਸ ਦਾ ਸਾਈਨ ਆ ਗਿਆ। ਕੁਝ ਚੀਜ਼ਾਂ ਜਿਹੜੀਆਂ ਇਹ ਮਾਊਸ ਤੋਂ ਬਿਨਾ ਨਹੀਂ ਪੋਸੀਬਲ, ਠੀਕ ਹੈ ਜੀ। ਹੁਣ ਇਹ ਬੇਸਿਕ ਸਮਾਈਲੀ ਬਣੀ ਹੋਈ ਹੈ, ਤੁਸੀਂ ਦੇਖ ਰਹੇ ਹੋ ਕਿ ਇਹਦੇ ਆਸ-ਪਾਸ ਕੁਝ ਛੋਟੇ-ਛੋਟੇ ਡਾਟਸ ਨਜ਼ਰ ਆ ਰਹੇ ਹੈ। ਇੱਥੇ ਇੱਕ ਗ੍ਰੀਨ ਡਾਟ ਹੈ, ਇੱਥੇ ਇੱਕ ਯੈਲੋ ਡਾਟ ਹੈ। ਯੈਲੋ ਡਾਟ ਜਿਹੜਾ ਉਹ ਕੀ ਕਰ ਰਿਹਾ ਕਿ ਜੇ ਮੈਂ ਇਹਦੇ ਉੱਤੇ ਲਿਜਾ ਕੇ ਕਲਿੱਕ ਕਰਾਂ ਤਾਂ ਬੇਸਿਕਲੀ ਰੋਂਦੀ ਹੋਈ ਸ਼ਕਲ ਵੀ ਬਣ ਸਕਦੀ ਹੈ। ਸਮਾਈਲੀਜ਼ ਡਿਫਰੈਂਟ ਅਸੀਂ ਕਰ ਸਕਦੇ ਹਾਂ। ਠੀਕ ਹੈ ਜੀ, ਇਹਨੂੰ ਹੱਸਦਾ ਹੀ ਰਹਿਣ ਦਿੰਦੇ ਹਾਂ। ਇਹ ਜਿਹੜਾ ਇਹਨੂੰ ਘੁਮਾ ਵੀ ਸਕਦਾ ਹੈ, ਜਿੱਥੇ ਗ੍ਰੀਨ ਕਲਰ ਦਾ ਡਾਟ ਆਇਆ ਉੱਥੇ ਅਸੀਂ ਇਹਨੂੰ ਘੁਮਾ ਰਹੇ ਹਾਂ। ਠੀਕ ਹੈ ਜੀ, ਬਾਕੀ ਜਿਹੜੇ ਆਪਸ਼ਨਸ ਹੈਗੇ ਆ ਉਹ ਤੁਹਾਨੂੰ ਇਹਨੂੰ ਸਮਾਈਲੀ ਦਾ ਸਾਈਜ਼ ਛੋਟਾ ਵੱਡਾ ਕਰਨ ਦੇ ਕੰਮ ਆਉਣਗੇ। ਉੱਤੇ ਤੁਸੀਂ ਨਾਲ ਦੀ ਨਾਲ ਦੇਖਦੇ ਜਾ ਰਹੇ ਹੋ ਕਿ ਕਲਰਸ ਵੀ ਆ ਗਏ। ਸੋ ਜੇ ਮੈਂ ਇਹਦੇ ਵਿੱਚ ਕਲਰ ਇਨਪੁਟ ਕਰਨਾ ਹੋਏ ਮੈਂ ਜੋ ਮਰਜ਼ੀ ਕਰ ਸਕਦਾ। ਮੇਰੇ ਕੋਲ ਅਲੱਗ-ਅਲੱਗ ਸਟਾਈਲਸ ਵੀ ਨੇ। ਠੀਕ ਹੈ ਜੀ, ਸੋ ਥੀਸ ਆਰ ਬੇਸਿਕ ਸ਼ੇਪਸ। ਮੈਂ ਵਾਪਸ ਇਨਸਰਟ ਦੇ ਵਿੱਚ ਜਾਣਾ। ਇਸੇ ਤਰ੍ਹਾਂ ਸਾਡੇ ਕੋਲ ਸਮਾਰਟ ਆਰਟ ਹੈ। ਠੀਕ ਹੈ ਜੀ, ਇਹਦੇ ਵਿੱਚ ਲਿਸਟ ਹੈਗੀ ਹੈ, ਪ੍ਰੋਸੈਸਿਸ ਹੈਗੇ ਹੈ, ਸਾਈਕਲ ਹੈ, ਹਾਇਰਾਰਕੀ ਹੈ। ਤੁਸੀਂ ਕੋਈ ਵੀ ਚੀਜ਼ ਚੂਜ਼ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਰਹੀ ਹੈ, ਓਕੇ ਕਰੋ, ਤੁਹਾਡੇ ਸਾਹਮਣੇ ਇੱਕ ਪੂਰਾ ਦਾ ਪੂਰਾ ਚਾਰਟ ਬਣ ਕੇ ਆ ਗਿਆ। ਠੀਕ ਹੈ, ਇਹਦੇ ਤੁਸੀਂ ਹਾਇਰਾਰਕੀਅਲ ਚਾਰਟ ਬਣਾ ਸਕਦੇ ਹੋ। ਲਿਖਣਾ ਵੀ ਈਜ਼ੀ। ਠੀਕ ਹੈ ਜੀ, ਬਸ ਸਿਲੈਕਸ਼ਨ ਕਰਦੇ ਜਾਓ, ਤੁਹਾਡਾ ਕੰਮ ਨਾਲ ਦੀ ਨਾਲ ਹੁੰਦਾ ਜਾਏਗਾ। ਉਹ ਦੇਖ ਰਹੇ ਹੋ ਸਾਈਡ ਦੇ ਉੱਤੇ ਤੁਹਾਡਾ ਟੈਕਸਟ ਚੱਲ ਰਿਹਾ, ਇੱਥੇ ਵੀ ਤੁਸੀਂ ਟਾਈਪ ਕਰ ਸਕਦੇ ਹੋ। ਸਾਰਾ ਤੁਹਾਡੇ ਕੋਲ ਆਊਟਪੁੱਟ ਇੱਥੇ ਨਾਲ ਦੀ ਨਾਲ ਹੀ ਸ਼ੋ ਹੋ ਰਹੀ ਹੈ। ਪ੍ਰੀਟੀ ਈਜ਼ੀ ਟੂ ਯੂਜ਼। ਸਿਰਫ ਪਤਾ ਹੀ ਹੋਣਾ ਚਾਹੀਦਾ ਵੀ ਅਸੀਂ ਕੰਮ ਕਰਨਾ ਕੀ ਹੈ। ਅਗੇਨ ਸਾਡੇ ਕੋਲ ਚਾਰਟਸ ਵੀ ਨੇ, ਸੋ ਅਲੱਗ-ਅਲੱਗ ਤਰੀਕੇ ਦੇ ਚਾਰਟਸ ਵੀ ਤੁਸੀਂ ਕ੍ਰੀਏਟ ਕਰ ਸਕਦੇ ਹੋ। ਫॉर ਚਾਰਟ ਯੂ ਵਿਲ ਨੀਡ ਅ ਡਾਟਾ ਟੇਬਲ। ਜਦੋਂ ਐਕਸੈਲ ਦੇ ਵਿੱਚ ਅਸੀਂ ਕੰਮ ਕਰਾਂਗੇ ਉੱਥੇ ਮੈਂ ਤੁਹਾਨੂੰ ਚਾਰਟਸ ਦਾ ਐਕਸਕਲੂਸਿਵ ਯੂਜ਼ ਦਿਖਾ ਦਾਂਗਾ, ਬਿਕੋਜ਼ ਉੱਥੇ ਮੈਂ ਤੁਹਾਨੂੰ ਇੱਕ ਟੇਬਲ ਦੇ ਫਾਰਮ ਦੇ ਵਿੱਚ ਮੈਂ ਇੱਕ ਡਾਟਾ ਵੀ ਤੁਹਾਨੂੰ ਪਾ ਕੇ ਦਿਖਾ ਦਾਂਗਾ। ਸੋ ਆਪਾਂ ਉੱਥੇ ਦੁਬਾਰਾ ਇਸ ਚੀਜ਼ ਨੂੰ ਰਿਵਾਈਜ਼ ਕਰ ਲਾਂਗੇ। ਠੀਕ ਹੈ, ਕਿਉਂਕਿ ਮਾਈਕਰੋਸਾਫਟ ਆਫਿਸ ਹੈ, ਟੂਲ ਉਹਨਾਂ ਨੇ ਅਲੱਗ-ਅਲੱਗ ਡਿਫਰੈਂਸ਼ੀਏਟ ਕਰ ਦਿੱਤੇ। ਆਪਸ਼ਨਾਂ ਸਭ ਦੇ ਵਿੱਚ ਸਾਰੀਆਂ ਅਵੇਲੇਬਲ ਹੈ। ਜਿਹੜੀ ਬੇਸਿਕ ਆਪਸ਼ਨਸ ਦੇ ਉੱਤੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਉਹ ਸਾਰੀ ਆਪਸ਼ਨ ਸਾਨੂੰ ਉਹਦੇ 'ਚ ਵੀ ਮਿਲਣ ਵਾਲੀਆਂ ਨੇ। ਸੋ ਇਸ ਕਰਕੇ ਨਥਿੰਗ ਟੂ ਵਰੀ। ਵੈਸੇ ਤੁਹਾਨੂੰ ਇੱਥੇ ਦੱਸ ਦਿੰਦਾ ਵੀ ਜਿਵੇਂ ਹੀ ਤੁਸੀਂ ਇੱਥੇ ਚੂਜ਼ ਕਰਦੇ ਹੋ ਤਾਂ ਲਾਈਨ ਚਾਰਟ ਚੂਜ਼ ਕਰਦੇ ਹੋ, ਓਕੇ ਕਰਦੇ ਹੋ, ਉੱਥੇ ਤੁਹਾਡੇ ਸਾਹਮਣੇ ਇੱਕ ਡਾਟਾ ਸ਼ੀਟ ਵੀ ਉਹਨੇ ਆਟੋਮੈਟਿਕਲੀ ਖੋਲ ਦਿੱਤੀ ਕਿ ਤੁਸੀਂ ਇਹ ਵਾਲੀ ਸਿਲੈਕਸ਼ਨ ਰੇਂਜ ਹੈ, ਇਹਦੀ ਸੀਰੀਜ਼ ਬਣਾ ਲਓ ਔਰ ਉਹ ਇੱਥੇ ਆਟੋਮੈਟਿਕਲੀ ਕੰਮ ਕਰਦੀ ਰਹੇਗੀ। ਤੁਹਾਡੇ ਕਲਿੱਕ ਕਰਨ ਦੀ ਦੇਰ ਹੈ। ਇਹ ਦੇਖੋ ਤੁਹਾਡੇ ਸਾਹਮਣੇ ਪੂਰਾ ਉਹਨੇ ਐਕਸਲ ਖੋਲ ਦਿੱਤਾ। ਕਲੀਅਰ ਹੈ ਜੀ। ਸੋ ਫਿਲਹਾਲ ਹੁਣ ਅਸੀਂ ਆਪਾਂ ਵਾਪਸ ਆਉਂਦੇ ਹਾਂ ਇੱਥੇ ਹੀ ਇਨਸਰਟ ਦੇ ਉੱਤੇ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਇਹ ਸਾਰੀ ਤੁਹਾਡੇ ਹੈਡਰਸ, ਫੁਟਰਸ, ਪੇਜ ਨੰਬਰ ਪਾਣੇ ਹੋਣ, ਹਾਈਪਰਲਿੰਕਸ ਯਾਨੀ ਕਿ ਕਿਸੇ ਹੋਰ ਡਾਕੂਮੈਂਟ ਦੇ ਨਾਲ ਲਿੰਕਿੰਗ ਕਰਨੀ ਹੋਏ, ਠੀਕ ਹੈ ਜੀ, ਬੁੱਕਮਾਰਕ ਲਗਾਉਣੇ ਹੋਣ, ਬੁੱਕਮਾਰਕ ਤੁਹਾਨੂੰ ਪਤਾ ਵੀ ਕੀ ਹੈਗਾ। ਠੀਕ ਹੈ, ਟੈਕਸਟ ਬਾਕਸ ਤੁਸੀਂ ਇੱਥੇ ਕ੍ਰੀਏਟ ਕਰਨਾ ਹੈ, ਵਰਡ ਆਰਟ ਤੇ ਚਲੇ ਜਾਓ, ਅਲੱਗ-ਅਲੱਗ ਤਰੀਕੇ ਦੇ ਨਾਲ ਤੁਸੀਂ ਆਪਣੇ ਨਾਮ ਲਿਖ ਕੇ ਡਿਸਪਲੇ ਕਰ ਸਕਦੇ ਹੋ। ਇਹ ਛੋਟੀ-ਛੋਟੀ ਜਿਹੜੀ ਚੀਜ਼ਾਂ ਹੈ, ਇਕੁਏਸ਼ਨ ਐਡੀਟਰ ਹੈ, ਇਹਦੇ ਤੇ ਕਲਿੱਕ ਕਰੋ, ਤੁਹਾਡੇ ਕੋਲ ਇਕੁਏਸ਼ਨ ਐਡੀਟਰ ਖੁੱਲ ਜਾਏਗਾ, ਕਿਉਂਕਿ ਜਿਹੜਾ ਨਾਰਮਲੀ ਤੁਹਾਨੂੰ ਲਿਖਣਾ ਮੁਸ਼ਕਿਲ ਹੋ ਸਕਦਾ ਮੈਥਮੈਟਿਕਸ ਦੇ ਬੱਚਿਆਂ ਨੂੰ। ਠੀਕ ਹੈ, ਸਿੰਬਲਸ ਚਾਹੀਦੇ ਨੇ, ਕੋਈ ਬੇਸਿਕ ਸਿੰਬਲਸ ਤੁਹਾਡੇ ਕੋਲ ਇੱਥੇ ਆ ਰਹੇ ਨੇ। ਠੀਕ ਹੈ, ਹੋਰ ਸਿੰਬਲਸ ਚਾਹੀਦੇ, ਤੁਸੀਂ ਕਲਿੱਕ ਕਰੋਗੇ ਤੁਹਾਡੇ ਕੋਲ ਚੀਜ਼ਾਂ ਖੁੱਲ ਕੇ ਆ ਜਾਣਗੀਆਂ। ਇੱਕ ਟੇਬਲ ਕ੍ਰੀਏਟ ਕਰਨਾ ਵੀ ਬਹੁਤ ਇੰਪੋਰਟੈਂਟ ਹੈ ਕਿ ਜੇ ਸਾਡੇ ਕੋਲ ਇੱਥੇ ਟੇਬਲ ਕ੍ਰੀਏਟ ਕਰਨ ਦੀ ਆਪਸ਼ਨ ਆ ਜਾਏ ਤਾਂ ਅਸੀਂ ਕੀ ਕਰਨਾ, ਇੱਥੇ ਟੇਬਲ ਬਣਿਆ ਪਿਆ, ਸਿਰਫ ਸਿਲੈਕਸ਼ਨ ਕਰਦੇ ਜਾਣਾ ਹੈ। ਤੁਸੀਂ ਇੱਥੇ ਜਿੰਨੇ ਸਿਲੈਕਟ ਕਰੋਗੇ ਉਹ ਤੁਹਾਡੇ ਕੋਲ ਟੇਬਲ ਵੀ ਆਟੋਮੈਟਿਕਲੀ ਬਣ ਕੇ ਆ ਗਿਆ। ਠੀਕ ਹੈ, ਟੇਬਲ ਦੇ ਅੰਦਰ ਬਹੁਤ ਸਾਰੇ ਕੰਮ ਅਸੀਂ ਕਰ ਸਕਦੇ ਹਾਂ। ਜਿਵੇਂ ਮੈਂ ਨੰਬਰਿੰਗ ਟਾਈਪ ਕਰਨਾ ਚਾਹੁੰਦਾ, ਠੀਕ ਹੈ ਜੀ 3, ਔਰ ਵੈਸੇ ਜੇ ਤੁਸੀਂ 1 ਤੋਂ ਬਾਅਦ ਟੈਬ ਦਾ ਬਟਨ ਪ੍ਰੈਸ ਕਰੋਗੇ ਤਾਂ ਉਹ ਤੁਹਾਨੂੰ ਅਗਲੀ ਟੈਬ ਦੇ ਵਿੱਚ ਲੈ ਕੇ ਚਲਾ ਜਾਂਦਾ।
ਸੋ ਮੈਂ ਇੱਥੇ ਡਾਟਾ ਜਿੰਨਾ ਚਾਹਾਂ ਉਹਨਾਂ ਬਣਾ ਸਕਦਾ, ਕਲਿੱਕ ਕਰਕੇ ਵੀ ਤੁਸੀਂ ਲੈ ਕੇ ਆ ਸਕਦੇ ਹੋ, ਠੀਕ ਹੈ। ਔਰ ਜਦੋਂ ਉੱਥੇ ਖਤਮ ਹੋ ਜਾਏਗੀ ਲਾਈਨ ਤਾਂ ਉਹ ਨੈਕਸਟ ਲਾਈਨ ਦੇ ਵਿੱਚ ਆ ਜਾਏਗਾ। ਇੱਥੇ ਥੋੜਾ ਜਿਹਾ ਮੈਂ ਕੰਮ ਕਰ ਦਿੰਦਾ ਤਾਂ ਕਿ ਤੁਹਾਨੂੰ ਲਾਈਨਸ ਦਾ ਅੰਦਾਜ਼ਾ ਰਹੇ। ਠੀਕ ਹੈ ਜੀ, ਇਹ 6 ਲਾਈਨਸ ਜਿਹੜੀਆਂ ਹੈਗੀਆਂ ਮੇਰੀਆਂ ਉਸ ਤੇ ਕੰਮ ਹੋਇਆ ਹੈ। ਮੈਂ ਜਦੋਂ ਹੀ ਟੇਬਲ ਦੇ ਅੰਦਰ ਚਲਾ ਜਾਵਾਂ, ਠੀਕ ਹੈ ਜੀ, ਹੁਣ ਇੱਥੇ ਮੈਂ ਕੀ ਕੰਮ ਕਰ ਸਕਦਾ। ਮੇਰੇ ਕੋਲ ਇੱਥੇ ਲੇਆਊਟ ਦੇ ਉੱਤੇ ਅਸੀਂ ਚਲੇ ਜਾਵਾਂਗੇ, ਸਾਰੀ ਦੀ ਸਾਰੀ ਸਾਨੂੰ ਟੇਬਲ ਦੀ ਪ੍ਰੋਪਰਟੀਜ਼ ਆ ਰਹੀਆਂ ਨਜ਼ਰ, ਉਹਦੇ ਨਾਲ ਹੈ ਟੇਬਲ ਦਾ ਡਿਜ਼ਾਈਨ, ठीक है। आई कैन चूज फ्रॉम दीज नंबर ऑफ डिजाइन्स कि मेरा टेबल जड़ा है किस तरीके का नज़र आएगा। फॉर एग्जाम्पल मैं ए वाला स्टाइल चूज कर लिया, मेरा टेबल का स्टाइल ही चेंज हो गया। क्लियर है जी। सो ये टेबल दी बेसिक ऑप्शंस है। यू कैन यूज ऑल दीज ऑप्शंस, यू कैन यूज द बॉर्डर्स, तुसी केड़े बॉर्डर दा जड़ा बॉटम लाइन दिखाना चाहते हो, टॉप लाइन दिखाना चाहते हो, लेफ्ट दिखाना चाहते हो, राइट दिखाना चाहते हो, नो बॉर्डर्स, ऑल बॉर्डर्स, तुहाडे कोल सारी दी सारी ऑप्शन सिर्फ और सिर्फ टेबल नूं लैके है। ठीक है जी। इत्थे ही तुहाडे कोल जे असीं बेसिक लेआउट दे उत्ते चले जाइए, मैं मान लो इत्थे 3 दे उत्ते हैगा, मैं एक रो इहदे नीचे होर लेके आना चाहुंदा खाली, इत्थे तुहाडे सामने सारी ऑप्शन नज़र आ रही हैं। इंसर्ट 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 अबव, इंसर्ट बिलो, इंसर्ट लेफ्ट, इंसर्ट राइट, ये रोज और कॉलम्स तुहाडे हो गए। ठीक है जी। तुसी सिंगल इत्थे एक क्लिक करना है, तुहाडे कोल एक रो आ गई। ठीक है जी। कोई कॉलम ऐड करना चाहते हो, कोई रो ऐड करना चाहते हो, जो मर्जी कर लो। स्प्लिट करना चाहते हो, टेबल नूं ही स्प्लिट करना चाहते हो, इत्थे पे असीं इत्थे क्लिक किया, तुहाडा टेबल स्प्लिट हो गया। गलती नाल हो गया, कंट्रोल Z कर लो, अंडू कर लेता। ठीक है जी। एक सैल नूं मैं 2 भागां दे विच स्प्लिट करना चाहना, स्प्लिट सैल्स, तो जो मैं कहना भी स्प्लिट कर दे इसनूं, तो कहता कि किन्ने रो और किन्ने कॉलम, क्योंकि आ जिहड़ा मेरा है दिस इज कॉलम, ए मेरी रो है। ठीक है जी। मैं कहना 2 रोज और 2 कॉलम्स दे विच इहनूं डिवाइड कर दो, तो उन्हें एक सैल दे विच 4 कॉलम्स और सॉरी 2 कॉलम और 2 रोज क्रिएट कर दी है। सो ऑल डिपेंड्स कि मेरे को डाटा किद्दां दा है, मैं उन्होंने किस तरीके दे नाल डिस्प्ले करना चाहना, इहदी फॉर्मैटिंग करना, इहदी हाइट और विड्थ नूं घटाना वधाना, हर फंक्शनैलिटी तुहानूं इत्थे नज़र आएगी। उहदे डिज़ाइनस किस तरह करने हैं वो तुहानूं सारे नज़र आएंगे। ठीक है जी। इन्हां च आई डोंट थिंक कि कोई इशू आने वाला है। इन्हां दे सारियां दे जिहड़े शॉर्टकट्स हैगे आ वो भी मैं तुहानूं नोट्स दे विच भेज देवांगा। ठीक है जी। वापस आने असीं होम ते, इंसर्ट ते एक्चुअली। सो मैं हुण फॉर द टाइमिंग इस टेबल नूं कर देना डिलीट। मैं इस टाइम ते देखो कंट्रोल Z यूज़ कर रहा, सो इस करके वो सारा कुछ जिन्ना भी मैं कीता सीगा मेरे को सारा कुछ वापस आ गया, एक सिर्फ कंट्रोल Z यूज़ करन दे उत्ते। पेज लेआउट इज़ अनदर थिंग दैट इज़ वेरी इंपॉर्टेंट। मैं शुरू च भी दस्सिया तुहानूं कि पेज दा साइज़ जिहड़ा है दैट इज़ देयर। ओरीएंटेशन इज़ ऑल्सो वेरी इंपॉर्टेंट। पोर्ट्रेट है जिहड़ा कि पेज लंबे वाल है, लैंडस्केप है जे पेज चौड़े वाल है। असी दोनों तरीके दे नाल यूज़ कर सकते हैं। जो मैं लैंडस्केप करदा तो मेरा यह लेंथ वध गई, इधर वाली लेंथ घट गई। ठीक है। लैंडस्केप दे विच जो मेरे को प्रिंट आउट आएगा उदों मैं चूज़ करांगा कि इसनूं मैं यूज़ किवें करना है, इनू मैं प्रिंट किवें कढ़ना चाहना। मैं लैंडस्केप च कढ़ना चाहना, पेज चौड़ा हो जाएगा। क्लियर है जी। सो ओरिएंटेशन बहुत इंपॉर्टेंट है। मार्जिनस ऑलरेडी टॉप दा मार्जिन कितना होएगा, बॉटम दा मार्जिन कितना होएगा, लेफ्ट ते कितना मार्जिन होएगा, राइट ते कितना मार्जिन होएगा, यह सब चीज़ां जड़ियां हैं ऑटोमैटिकली मार्जिनस दे विच सैट कीतियां हुई हैं। वाटरमार्क लगाना है। वाटरमार्क की हुंदा है कि पिछे जिवें हुण तुहाडे कोल नोट्स पहुंचे तो तुसीं देखिया उहदे पिछे CBL लिखिया आ रहा है। आ गया जी, डू नॉट कॉपी। ठीक है। साडे टैक्सट नूं इहदे नाल कोई फर्क नहीं पेगा क्योंकि ये बैकग्राउंड दे उत्ते आ रहा है। दैट इज़ योर वाटरमार्क।
पेज दे बॉर्डर्स कढ़ने होण, ठीक है, साइड दे उत्ते बॉर्डर्स आ गए, सो उन्हां बॉर्डर्स दे कलर्स कर लोगे, तुसीं उन्हां बॉर्डर्स दी स्टाइलिंग कर लोगे, जिवें चाहो तुसीं अपने पेज नूं बना सकते हो। बहुत इंपॉर्टेंट एक फीचर है माइक्रोसॉफ्ट वर्ड का, जिहड़ा कि मैं सोचना तुहानूं वो जरूर करवा दा, दैट इज़ नोन एज मेल मर्ज। हुण मैं तुहानूं वापस इनू मैं अंडू करदा जा रहा, तो असीं जित्थों दी शुरू कीता सी असीं बेसिकली उत्थे ही पहुंचण दी कोशिश कर रहे हैं, और तुसीं देखो किन्ने तक ये अंडू कर सकता है। फिलहाल मैं इनू डिलीट कर देना सारा। मेलिंग्स का एक टैब है, मेल मर्ज एक मेरे को बहुत ही इंपॉर्टेंट टूल है, बहुत ही इंपॉर्टेंट टूल, पर एक कर की सकता है, और मैनू उम्मीद है कि बहुत सारे बच्चों ने इनू यूज़ नहीं किया होएगा, बिकॉज सानू इन्नी लोड़ पैंदी नहीं। सो एक फीचर है, जो आप इनू समझ लांगे तो मैनू लगता है कि वर्ड दे विच तुसी बाकी सारे काम तो कर ही पा रहे हो, ये थोड़ा जिहा ट्रिकी काम भी तुसी कर सकोगे। एक सिचुएशन हर फैमिली दे विच आंदी है कदे ना कदे, जदों उन्होंने अपने घर दे विच कोई फंक्शन करना हुंदा है, ठीक है, कोई मैरिज हो सकती है, कोई बर्थडे पार्टी हो सकती है। उस दे विच की हुंदा कि जदों असीं मेहमानां नूं बुलाना है तब मेहमानां दी एक लिस्ट बनती है। हो सकता है तुसीं उन्हां नूं कार्ड पोस्ट करना होए, हो सकता है तुसीं उन्हां नूं ईमेल करना होए, तो उहदे च की हुंदा कि बेसिक जिहड़ा कंटेंट है दैट इज़ ऑल द सेम, सिर्फ गेस्ट का नाम और एड्रैस डिफरेंट होंदा, बाकी सब कुछ सेम है, ठीक है। सो उहदे वास्ते भी असी एक सोल्यूशन किया होया, दैट इज़ कॉल्ड मेल मर्ज। असी उन्हें यूज़ किवें करना है, मेलिंग्स दी टैब दे विच तुसी चले जाओगे, तुसी इत्थे जाके क्लिक करोगे स्टार्ट मेल मर्ज दे उत्ते। हुण फॉर एग्जाम्पल मेरा कार्ड बनया पिया, सिर्फ मैनू की चाहिए लिस्ट ऑफ गेस्ट्स एंड देयर एड्रैसेस, ठीक है। सो मैं एनवलप्स यूज़ करने हैं, उन्हां दे उत्ते मैं प्रिंट आउट कढ़ना है। हुण मैं एक एक बंदे का नाम और पता लिखा, फिर उसका मैं प्रिंट आउट कढ़ा, दैट कैन टेक लॉट ऑफ टाइम। उहदी बजाय मैं अपना टाइम किवें सेव कर सकदा कि मैं एक बारी सारिਆਂ दे नाम पते एंटर कर लवां, उस तो बाद विच इक्को ही कमांड दे नाल मेरा सारा दा सारा डॉक्यूमेंट जिहड़ा है वो प्रिंट हो जाए। वो असीं किवें करांगे? सब तो पहले इत्थे साडे कोल ऑप्शन आ रही है लैटर्स, ईमेल मैसेजेस, एनवलप्स, लेबल्स, डायरैक्टरी। मैं एनवलप्स चूज़ कर लेते हैं। हुण इत्थे बेसिकली सब तो पहले जो मैं एनवलप चूज़ करदा तो एनवलप का साइज़ आ रहा है कि ये साइज़ किहड़ा है। क्लीयर है जी? हुण फॉर एग्जाम्पल यही जिहड़ा सिलेक्टेड सीगा, इहदे विच इत्थे मेरे कोल फ्रॉम आ रहा है, इत्थे मेरे कोल टू आ रहा है, इत्थे मेरे कोल स्टैंप आ रही है। सो एक उहदा सानू प्रीव्यू दिख गया। मैं कहा जी ठीक है, मैनू ये एनवलप पसंद है। हुण उत्थे फ्रॉम है, इत्थे टू है, फ्रॉम भी सेम रहना है साढ़े कोल, तो टू दी मेन प्रॉब्लम है कि असी जिहदे वास्ते चिट्ठी भेज रहे हैं या जिन्हों असी कार्ड पोस्ट कर रहे हैं उनके नाम पते जिहड़े है इत्थे असी डिस्प्ले करवाने हैं। सो मैं इत्थे क्लिक किया है, लेकिन हुण इत्थे मैं एक एक करके टाइप नहीं करना। वेयर आई विल गो विज आई विल सिलेक्ट द रिसीपिएंट्स, ठीक है जी। मैं रिसीपिएंट्स दे विच जावांगा, उत्थे मेरे को 3 ऑप्शंस नज़र आ रही हैं, टाइप न्यू लिस्ट, यूज एग्जिस्टिंग लिस्ट, सिलेक्ट फ्रॉम दी आउटलुक कॉन्टैक्ट्स। जे आउटलुक किसी ने यूज़ किया है उहदे कॉन्टैक्ट्स भी इत्थे कॉपी किया जा सकता है, ठीक है। बट आप एक नवी लिस्ट टाइप करके दे दें, मैं उत्थे क्लिक करदा तो मेरे को इत्थे टाइटल, फर्स्ट नेम, लास्ट नेम, कंपनी और ये सारी ऑप्शंस नज़र आ रही हैं। मैनू इन्नी चीज़ों की लोड़ नहीं हैगी। मैं कस्टमाइज कॉलम्स के उत्ते जाना, इत्थे मेरे को इन्हें सारी चीज़ां दित्तियां भी इन्हां चीज़ों को मैं यूज़ कर सकदा, ठीक है जी। मैं ਜਦੋਂ मैं किसी को चिट्ठी पोस्ट कर रहा तो मैनू ईमेल एड्रैस देने की लोड़ नहीं हैगी। मैं इनू सिलेक्ट करके इनू डिलीट कर दिता कि मैनू ये नहीं लोड़। मैनू वर्क होम दी फोन की लोड़ नहीं है, मैं फ़ोन नंबर यदा भी नहीं देना चाहता। इंडिया च ही बैठ के तुसी पोस्ट कर रहे हो, कंट्री लिखने की लोड़ नहीं है। एड्रैस लाइन 2 की किसी को लोड़ हो भी सकती, किसी को नहीं भी। कंपनी नेम लिखने की मैनू लोड़ नहीं है। टाइटल दे विच तुसी श्री, मिस्टर, मिस जो चाहो वो पा सकते हो, ठीक है जी। सो आई हैव द टाइटल, फर्स्ट नेम, लास्ट नेम, एड्रैस लाइन 1, सिटी, स्टेट एंड जिप कोड। मैं क्या जी दिस इज़ फाइन। जे मान लो असी इन्हां किसी चीज़ को उपर नीचे करना होए, ਇਹਦੇ ਵਿੱਚ ਵੀ ਸਾਡੇ ਕੋਲ ਆਪਸ਼ਨ ਹੈਗੀ ਇੱਕ मूव अप एंड मूव डाउन। मैं सिलेक्शन कर रखी है एड्रैस लाइन 1 ਦੀ, मैं मूव डाउन ਤੇ क्लिक करदा, सिटी ਉੱਪਰ ਹੋ ਜਾਂਦਾ ਹੈ, ਉਹ ਲਾਈਨ ਨੀਚੇ ਹੋ ਜਾਂਦੀ ਹੈ। मूव अप कर देना, ਇਹ देखो जी सब तो पहले ऊपर जानी शुरू होगी।
ठीक है जी, ये साडे कोल सारा कुछ बनया पिया। सो नाउ दिस इज फाइन विद मी। इत्थे ये कह रहा भी हुण इनू तुसी एंट्री करो, तो हुण मैं इत्थे एंट्री करदा श्री, टैब दबाओगे तुहाडे कोल फर्स्ट नेम दी ऑप्शन आ गई। एड्रैस आप कुछ भी पा दें, ठीक है जी। ठीक है जी, मेरे को एक एंट्री जी है वो पूरी होगी। नवी एंट्री ते जाने वास्ते मैं इत्थे न्यू एंट्री ते क्लिक भी कर सकदा, या मैं जे टैब स्पेस ही टैब दा बटन दोबारा दबा दा तो मैनू नैक्सट एंट्री ते लै गया। ठीक है जी, आप 3 का एड्रैस पा के देख लें। मैं ये देखो ये गलतियां हो जाती हैं, तुसी उत्थे ही लिखना शुरू कर सकते हो। सो देखते जाओ, विच टैब बटन जरूर दबाना है, क्योंकि जो तुसी टैब दबाओगे तो ही वो अगले टैब दे विच मूव करेगा। डाटा करैक्ट नहीं हैगा, मैं तो रैंडमली कोई डाटा पा रहा। जो तुसी ये 3 एंट्रियां पा लत्तियां, तुसी क्या ओके, तो ये तुहानूं पुछदा है कि तुसी इसनूं सेव करना चाहुंदे हो, क्योंकि ये एड्रैसिस तुहाडे फिर भी काम आ सकते हैं। तुसी कहो कि एड्रैस एड्रैस के नाम से तुहाडी एक लिस्ट सेव हो गई। ठीक है जी, हुण तुहाडे कोल एक लिस्ट सेव हो चुकी है। हुण असीं इत्थे कित्थे जाना है, असी राइट एंड इंसर्ट फील्ड्स दे विच इंसर्ट मर्ज फील्ड दे विच जदों तुसी मर्ज फील्ड दे विच जाने हो तुहानूं उही सारी ऑप्शनां दिखा रहा है जिहड़ियां तुसी भरियां सीगियां। तो सब तो पहलों असी देवांगे टाइटल, वो टाइटल इत्थे आएगा। उस तो बाद विच असी देवांगे फर्स्ट नेम, एक स्पेस आएगी, फिर तुसी दोगे लास्ट नेम। उस तो बाद विच तुसी नैक्सट लाइन दे विच जाओगे, तुसी एंटर प्रेस कीता, एड्रैस लाइन 1 आ गई, एंटर प्रेस करता, सिटी आ गया, एंटर प्रेस किया, स्टेट आ गया, एंटर किया, जिप कोड आ गया। क्लीयर है जी। हुण तुहाडे कोल ये बेसिक टाइटल, फर्स्ट नेम, लास्ट नेम, एड्रैस, सिटी, स्टेट, जिप कोड सारा कुछ आ गया। हुण टाइम आ गया सानू रिजल्ट्स देखण दा। इत्थे ही तुहाडे कोल सामने ऑप्शन आ रही है प्रीव्यू रिजल्ट्स, इत्थे क्लिक करोगे तुहाडे कोल डिस्प्ले हो गया। जे तुसी फर्स्ट और सैकेंड दे विच भी एक गैप पाना है, इत्थे तुसी एक स्पेस पा सकते हो। दिस इज योर फर्स्ट रिकॉर्ड। क्लीयर है, तुहाडे कोल इत्थे नंबरिंग चल रही है, तुसी इत्थे नैक्सट ते क्लिक करोगे तुहाडे कोल इत्थे ही एड्रैस चेंज, सारा कुछ चेंज। क्लीयर है जी, तीनों चीज़ां चेंज हो गई। दिस इज द फर्स्ट रिकॉर्ड, दिस इज द लास्ट रिकॉर्ड। तुहाडे कोल नंबर ऑफ रिसिपिएंट जिन्ने मर्जी हो जान। लास्ट ते तुसी कर दो फिनिश एंड मर्ज। जो तुसी फिनिश एंड मर्ज ते जाने हो वो तुहानूं पुछदा है कि तुसी ईमेल करना है, प्रिंट करना है डॉक्यूमेंट्स नूं। जे तुसी डॉक्यूमेंट्स से प्रिंट करना है तो वो तुहानूं पुछ लेगा भी किन्ने रिकॉर्ड्स, सारे दे सारे, या करंट रिकॉर्ड, या फ्रॉम एंड टू, कि मैं पाता कि 1 to 10 हो जान, 1 to 20 हो जान, या 20 to 30 हो जान, 10 to 40 हो जान, जिन्ने भी मैं पाना चाहना मैं उन्हां सारियां दे जिहड़े प्रिंट्स जिहड़े है इत्थों दी कढ सकांगा। दिस इज द ऑप्शन मेल मर्ज। ठीक है जी, ऐसे तरीके दे नाल सब तो इंपॉर्टेंट काम असी सारा कुछ करना सीख लेता, लेकिन असी इस फाइल नूं जिहड़ा असी काम कीता है असी इनू सेव नहीं किया हाले तक, और सानू इत्थे सेव करन दी किते ऑप्शन नज़र भी नहीं आई।
ਰੀਜ਼ਨ ਬੀਇੰਗ ਕਿ ਸਾਡੇ ਕੋਲ ਇੱਥੇ ਜਿੰਨੀਆਂ ਟੈਬਸ ਬਣੀਆਂ ਸੀ ਇਹਨਾਂ ਦੇ ਵਿੱਚੋਂ ਆਪਸ਼ਨਸ ਹੈ ਹੀ ਨਹੀਂ ਸੀ। ਠੀਕ ਹੈ, ਸਭ ਤੋਂ ਕੋਨੇ ਤੇ ਉੱਤੇ ਤੁਸੀਂ ਚੱਲ ਜਾਓਗੇ, ਉੱਥੇ ਤੁਹਾਨੂੰ ਵਿੰਡੋਜ਼ ਦੇ 4 ਬਟਨ ਨਜ਼ਰ ਆ ਰਹੇ, ਉਹਦੇ ਉੱਤੇ ਕਲਿੱਕ ਕਰੋਗੇ, ਦੈਨ ਯੂ ਵਿਲ ਸੀ ਦੋਜ਼ ਆਪਸ਼ਨਸ। ਠੀਕ ਹੈ, ਇਹਦੇ ਵਿੱਚ ਆਪਸ਼ਨ ਹੈਗੀ ਨਿਊ, ਓਪਨ, ਸੇਵ, ਸੇਵ ਐਜ਼, ਪ੍ਰਿੰਟ, ਪ੍ਰਿਪੇਅਰ, ਸੈਂਡ, ਪਬਲਿਸ਼ ਐਂਡ ਕਲੋਜ਼। ਜਦੋਂ ਤੁਸੀਂ ਇੱਥੇ ਖੋਲ੍ਹਦੇ ਹੋ ਤਾਂ ਤੁਹਾਨੂੰ ਇੱਥੇ ਸਾਰੇ ਜਿਹੜੇ ਕਰੰਟ ਡਾਕੂਮੈਂਟਸ ਪਏ ਸੀਗੇ ਜਾਂ ਇਸ ਚੀਜ਼ ਦੇ ਵਿੱਚ ਖੋਲ੍ਹੇ ਹੋਏ ਨੇ ਉਹ ਤੁਹਾਨੂੰ ਨਜ਼ਰ ਆਉਂਦੇ ਆ। ਤੁਸੀਂ ਨਿਊ ਦੇ ਵਿੱਚ ਚਲੇ ਜਾਂਦੇ ਹੋ, ਤੁਹਾਨੂੰ ਬਹੁਤ ਸਾਰੀ ਆਪਸ਼ਨ ਨਜ਼ਰ ਆਉਣਗੀਆਂ। ਇੱਕ ਤਾਂ ਬਲੈਂਕ ਡਾਕੂਮੈਂਟ ਹੈਗੇ ਆ, ਕੁਝ ਤੁਹਾਡੇ CVs ਵੀ ਹੋ ਸਕਦੇ ਆ। ਠੀਕ ਹੈ, ਰੈਜ਼ਿਊਮੇਜ਼ ਐਂਡ ਕਵਰ ਲੈਟਰਸ, ਇਹਨਾਂ ਨੂੰ ਵੀ ਤੁਹਾਨੂੰ ਜਿਹੜਾ ਮਾਈਕਰੋਸਾਫਟ ਵਰਡ ਤੋਂ ਆਨਲਾਈਨ ਜਾ ਕੇ ਇਹਨਾਂ ਦੇ ਸੈਂਪਲਸ ਚੱਕਣੇ ਪੈਣਗੇ। ਇਹਦੇ ਟੈਂਪਲੇਟਸ ਬਣੇ ਪਏ ਹੁੰਦੇ ਆ, ਸੋ ਉਹਨਾਂ ਟੈਂਪਲੇਟਸ ਦੇ ਉੱਤੇ ਕਲਿੱਕ ਕਰੋ, ਤੁਹਾਡੇ ਸਾਹਮਣੇ ਪੂਰਾ ਦਾ ਪੂਰਾ ਡਾਕੂਮੈਂਟ ਆ ਜਾਂਦਾ ਹੈ। ਠੀਕ ਹੈ, ਸੋ ਨਿਊ ਦੇ ਵਿੱਚ ਸਾਡੇ ਕੋਲ ਆਹ ਜਿਹੜੀ ਸਾਰੀ ਚੀਜ਼ਾਂ ਨਜ਼ਰ ਆ ਰਹੀਆਂ, ਇਹਨਾਂ ਨੇ ਇਨਬਿਲਟ ਟੈਂਪਲੇਟਸ ਬਣਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਹਾਂ। ਠੀਕ ਹੈ ਜੀ, ਔਰ ਨਵੇਂ ਦੇ ਵਿੱਚ ਬਲੈਂਕ ਡਾਕੂਮੈਂਟ ਦੀ ਆਪਸ਼ਨ ਤਾਂ ਹੈ ਹੀ ਹੈ। ਠੀਕ ਹੈ ਜੀ, ਇਹ ਫੀਚਰਡ ਨੇ ਸਾਰੇ, ਬਟ ਇਹ ਹੁਣ ਹਾਲੇ ਮੇਰੇ ਕੋਲ ਇੱਥੇ ਨਹੀਂ ਚੱਲ ਰਹੇ। ਕਿਸੇ ਡਾਕੂਮੈਂਟ ਨੂੰ ਮੈਂ ਖੋਲ੍ਹਣਾ ਚਾਹੁੰਦਾ ਤਾਂ ਮੈਂ ਓਪਨ ਦੇ ਉੱਤੇ ਕਲਿੱਕ ਕਰਦਾ, ਮੈਂ ਆਪਣੇ ਡਾਕੂਮੈਂਟਸ ਦੇ ਵਿੱਚ ਪਹੁੰਚ ਗਿਆ। ਮੈਂ ਕੰਪਿਊਟਰ ਦੇ ਵਿੱਚੋਂ ਦੀ ਆਪਣੀ ਹਾਰਡ ਡਿਸਕ ਦੇ ਵਿੱਚੋਂ ਦੀ ਜਿਹੜਾ ਮਰਜ਼ੀ ਡਾਕੂਮੈਂਟ ਸਿਲੈਕਟ ਕਰਕੇ ਓਪਨ ਕਰ ਸਕਦਾ। ਇੰਪੋਰਟੈਂਟ ਥਿੰਗ ਇਜ਼ ਸੇਵ ਔਰ ਸੇਵ ਐਜ਼। ਜਦੋਂ ਸੇਵ ਮੈਂ ਕਹਿੰਦਾ, ਸੇਵ ਔਰ ਸੇਵ ਐਜ਼ ਦੇ ਵਿੱਚ ਡਿਫਰੈਂਸ ਕੀ ਹੈ, ਇੰਗਲਿਸ਼ ਨੂੰ ਜਰਾ ਫੋਕਸ ਕਰੋ। ਜਦੋਂ ਆਪਾਂ ਕਹਿੰਦੇ ਹਾਂ ਸੇਵ ਐਜ਼, ਦੈਟ ਮੀਨਸ ਅਸੀਂ ਉਹਨੂੰ ਕੋਈ ਨਾਮ ਦੇਣਾ ਚਾਹ ਰਹੇ ਹਾਂ। ਤਾਂ ਜਦੋਂ ਮੈਂ ਕਹਿੰਦਾ ਸੇਵ ਐਜ਼, ਤਾਂ ਉਹ ਮੈਨੂੰ ਪੁੱਛਦਾ ਵੀ ਠੀਕ ਹੈ ਜੀ, ਤੁਸੀਂ ਇਹਦਾ ਨਾਮ ਰੱਖੋ ਔਰ ਇਹ ਵਰਡ ਡਾਕੂਮੈਂਟ ਬਣੇਗਾ। ਮੈਂ ਇੱਥੇ ਇੱਕ ਨਾਮ ਦੇਤਾ ਇਹਦਾ ਟਰਾਈ। ਠੀਕ ਹੈ ਜੀ, ਔਰ ਮੈਂ ਇਹਨੂੰ ਕਰ ਦਿੱਤਾ ਸੇਵ। ਹੁਣ ਮੈਂ ਡਾਕੂਮੈਂਟ ਨੂੰ ਜਦੋਂ ਵੀ ਖੋਲਾਂਗਾ ਮੈਂ ਟਰਾਈ ਨਾਮ ਦੇ ਇਸ ਡਾਕੂਮੈਂਟ ਨੂੰ ਓਪਨ ਕਰਾਂਗਾ, ਪਰ ਇਹਦੇ ਅੰਦਰ ਮੈਂ ਕੋਈ ਚੇਂਜ ਕਰ ਦਿੱਤਾ ਫਰੋਮ, ਇਹ ਤਾਂ ਪਹਿਲਾਂ ਨਹੀਂ ਸੀ ਪਾਇਆ ਹੋਇਆ ਸੀ ਕਿ ਲੈਟਰ ਕਿਹਦੇ ਵੱਲੋਂ ਜਾ ਰਹੀ ਹੈ। ਜਦੋਂ ਮੈਂ ਹੁਣ ਇਹਦੇ ਵਿੱਚ ਇਹ ਛੋਟਾ ਜਿਹਾ ਕੰਮ ਕੀਤਾ ਹੈ ਤਾਂ ਮੈਂ ਇਹਨੂੰ ਸਿਰਫ ਕੀ ਕਰਦਾ, ਸੇਵ। ਆਲਰੇਡੀ ਸੇਵਡ ਡਾਕੂਮੈਂਟ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਚੇਂਜ ਕੀਤਾ ਹੈ, ਮੈਂ ਉਹਨੂੰ ਸੇਵ ਕਰਨਾ ਚਾਹੁੰਦਾ, ਦੈਟ ਇਜ਼ ਕਾਲਡ ਸੇਵ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਸਾਡੇ ਕੋਲ ਪ੍ਰਿੰਟ। ਜੋ ਤੁਸੀਂ ਪ੍ਰਿੰਟ ਤੇ ਚਲੇ ਜਾਂਦੇ ਹੋ ਤਾਂ ਇਹ ਤੁਹਾਨੂੰ ਪ੍ਰਿੰਟ ਦਾ ਪੂਰਾ ਇੱਕ ਫੀਚਰ ਨਜ਼ਰ ਆਉਂਦਾ ਹੈ, ਔਰ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਵਾਸਤੇ, ਬਿਕਾਜ਼ ਕਿਸੇ ਵੀ ਦਫ਼ਤਰ ਦੇ ਵਿੱਚ ਕੰਮ ਕਰੋ, ਕਿਤੇ ਵੀ ਤੁਸੀਂ ਕੰਮ ਕਰੋ, ਘਰ ਦੇ ਵਿੱਚ ਵੀ ਕੰਮ ਕਰੋ, ਅਗਰ ਮਾਈਕਰੋਸਾਫਟ ਵਰਡ ਦੇ ਉੱਤੇ ਪ੍ਰਿੰਟ ਆਊਟ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਇੱਥੇ ਸਾਡਾ ਜਿਹੜਾ ਪ੍ਰਿੰਟਰ ਹੈਗਾ ਉਹਦਾ ਨਾਮ ਆ ਜਾਏਗਾ। ਠੀਕ ਹੈ ਜੀ, ਉਸ ਤੋਂ ਬਾਅਦ ਵਿੱਚ ਅਸੀਂ ਪੇਜ ਰੇਂਜ, ਕਰੰਟ ਪੇਜ ਕਰਨਾ ਚਾਹੁੰਦੇ ਹਾਂ, ਸਾਰੇ ਪੇजेस ਕਰਨਾ ਚਾਹੁੰਦੇ ਹਾਂ, ਕੋਈ ਸਿਲੈਕਸ਼ਨ ਹੈ ਜਾਂ ਕੋਈ ਪਰਟੀਕੂਲਰ ਪੇजेस ਹੈਗੇ। ਜਿਵੇਂ ਮੈਂ ਇੱਥੇ ਮੇਰੇ ਕੋਲ ਮੰਨ ਲਓ 2 ਪੇਜ ਹੋਣ, 2,4 ਮੈਂ ਇੱਥੇ ਪਾ ਸਕਦਾ। ਸੋ ਇਹ 2 ਨੰਬਰ ਪੇਜ ਔਰ 4 ਨੰਬਰ ਪੇਜ ਦਾ ਪ੍ਰਿੰਟ ਆਊਟ ਕੱਢੇਗਾ। ਜੇ ਮੈਂ ਸਾਰਿਆਂ ਦਾ ਕਰਨਾ ਚਾਹੁੰਦਾ ਤਾਂ ਮੈਂ ਆਲ ਦੇ ਉੱਤੇ ਕਲਿੱਕ ਕਰ ਦਾਂਗਾ। ਠੀਕ ਹੈ ਜੀ, ਨੰਬਰ ਆਫ ਕਾਪੀਜ਼ ਕਿੰਨੀਆਂ ਕੱਢਣਾ ਚਾਹੁੰਦੇ ਹੋ, ਮੰਨ ਲਓ ਨੰਬਰ ਆਫ ਕਾਪੀਜ਼ ਮੈਂ कहता ਕਿ ਮੈਂ 10 ਕੱਢਣਾ ਚਾਹੁੰਦਾ। ਜਦੋਂ ਇੱਥੇ ਆਪਸ਼ਨ ਇੱਕ ਹੈਗੀ ਹੈ ਕੋਲੇਟ। ਕੋਲੇਟ ਦਾ ਮਤਲਬ ਹੈ ਕਿ ਇਹ ਕਾਪੀਜ਼ ਕਿਵੇਂ ਕੱਢੇਗਾ, ਪਹਿਲਾਂ 1 2 3 4 5, ਫਿਰ 1 2 3 4 5। ਜਦੋਂ ਮੈਂ ਕੋਲੇਟ ਹਟਾ ਦਿੰਦਾ ਤਾਂ ਇਹ ਕੀ ਕਰੇਗਾ, ਪਹਿਲਾਂ 1 ਨੰਬਰ ਪੇਜ ਦੀ 5 ਕਾਪੀਆਂ ਕੱਢੇਗਾ, ਫਿਰ 2 ਨੰਬਰ ਪੇਜ ਦੀ 5 ਕਾਪੀਆਂ ਕੱਢੇਗਾ, ਫਿਰ 3 ਨੰਬਰ ਪੇਜ ਦੀ 5 ਕਾਪੀਆਂ ਕੱਢੇਗਾ। ਕਲੀਅਰ ਹੈ ਜੀ, ਔਰ ਇਹਨੂੰ ਬਸ ਅਸੀਂ ਓਕੇ ਕਰਾਂਗੇ ਔਰ ਸਾਡਾ ਪ੍ਰਿੰਟ ਆਊਟ ਨਿਕਲਣਾ ਚਾਲੂ ਹੋ ਜਾਏਗਾ। ਆਈ ਹੋਪ ਤੁਹਾਨੂੰ ਵਰਡ ਦੇ ਵਿੱਚ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ। ਜੇ ਫਿਰ ਵੀ ਤੁਹਾਨੂੰ ਕੋਈ ਫਰਦਰ ਆਪਸ਼ਨ ਕੋਈ ਇਸ ਤਰ੍ਹਾਂ ਦੀ ਲੱਗਦੀ ਹੈ, ਤੁਹਾਨੂੰ ਕੋਈ ਕਨਫਿਊਜ਼ਨ ਹੈ, ਕੋਈ ਡਾਊਟ ਹੈ, ਤੁਸੀਂ ਪੁੱਛ ਸਕਦੇ ਹੋ, ਮੈਂ ਤੁਹਾਡੀ ਹੈਲਪ ਕਰਨ ਲਈ ਤਿਆਰ ਹੈਗਾ। ਨੋਟਸ ਜਿਹੜੇ ਹੁਣ ਤੁਹਾਨੂੰ ਅੱਗੇ ਪਹੁੰਚਣਗੇ ਉਹਨਾਂ ਦੇ ਵਿੱਚ ਵਰਡ, ਐਕਸਲ, ਪਾਵਰਪੁਆਇੰਟ ਸਾਰਿਆਂ ਦੇ ਮੈਂ ਸ਼ਾਰਟਕਟ ਕੀਜ਼ ਤੁਹਾਨੂੰ ਭੇਜ ਦਾਂਗਾ। ਠੀਕ ਹੈ ਜੀ, ਸੋ ਉਸ ਚੀਜ਼ ਦੇ ਵਿੱਚ ਸਾਡੀ ਕੋਈ ਪਰੇਸ਼ਾਨੀ ਨਹੀਂ ਹੈ। ਵਰਡ ਪ੍ਰੋਸੈਸਿੰਗ ਦੇ ਰਿਲੇਟਡ ਸਾਨੂੰ ਕੋਈ ਬਹੁਤ ਟਫ ਕੁਐਸਚਨਸ, ਟਿਪੀਕਲ ਕੁਐਸਚਨਸ ਨਹੀਂ ਆਉਂਦੇ। ਠੀਕ ਹੈ, ਸਿੰਪਲ ਆਪਸ਼ਨਸ ਹੈਗੀਆਂ। ਮੇਲ ਮਰਜ ਮੈਂ ਇਸ ਕਰਕੇ ਕਰਾਇਆ ਬਿਕਾਜ਼ ਇਟ ਇਜ਼ ਇੰਪੋਰਟੈਂਟ। ਇਹ ਸਾਨੂੰ ਅੱਗੇ ਆ ਸਕਦਾ ਹੈ, ਕੱਲ੍ਹ ਨੂੰ ਪੁੱਛਿਆ ਜਾ ਸਕਦਾ ਕਿ ਮੇਲ ਮਰਜ ਦੇ ਵਿੱਚ ਅਸੀਂ ਕੀ ਕੰਮ ਕਰ ਸਕਦੇ ਹਾਂ। ਬਾਕੀ ਆਲਮੋਸਟ ਸਾਰੀਆਂ ਟੈਬਸ ਨੂੰ ਬਿਲਕੁਲ ਇੱਕ ਸ਼ਾਰਟਕਟ ਤਰੀਕੇ ਦੇ ਨਾਲ ਮਾਈਕਰੋਸਾਫਟ ਨੇ ਆਲਰੇਡੀ ਪ੍ਰੋਵਾਈਡ ਕੀਤਾ ਹੈ ਤਾਂ ਕਿ ਤੁਸੀਂ ਈਜ਼ੀਲੀ ਇਹਨੂੰ ਯੂਜ਼ ਕਰ ਸਕੋ। ਕਿਸੇ ਨੂੰ ਫਿਰ ਵੀ ਮੈਂ ਬਾਰ-ਬਾਰ ਕਹਿ ਰਿਹਾ, ਕਿਸੇ ਨੂੰ ਕੋਈ ਮੁਸ਼ਕਿਲ ਆਏਗੀ ਤਾਂ ਕਾਈਂਡਲੀ ਮੈਸੇਜ ਪਾ ਕੇ ਦੱਸਣਗੇ। ਆਈ ਹੋਪ ਤੁਹਾਨੂੰ ਸਮਝ ਆਈ ਹੋਏਗੀ ਐਂਡ ਡੂ ਵੈਲ, ਪੜ੍ਹਾਈ ਕਰੋ, ਮਿਹਨਤ ਕਰੋ। ਥੈਂਕ ਯੂ ਸੋ ਮਚ।